ਵਿਰਸਾ ਸਿੰਘ ਬਲਟੋਆ ਨੇ ਆਪ ਖਾਸ ਤੌਰ ਤੇ ਦੱਸਿਆ ਕਿ 11 ਤਰੀਕ ਨੂੰ ਉਹ ਗਿਆਨੀ ਰਘਬੀਰ ਸਿੰਘ ਜੀ ਨੂੰ ਮਿਲੇ। 12 ਤਰੀਕ ਨੂੰ ਉਹ ਪਹਿਲੀ ਪੋਸਟ ਪਾਉਂਦੇ ਆ ਜਿੱਥੇ ਉਹ ਇਲਜ਼ਾਮਾਤ ਲਾਉਂਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਜੀ RSS ਤੇ BJP ਦੇ ਨਾਲ ਰਲੇ ਹੋਏ ਆ। ਔਰ ਮੈਂ ਸਮਝਦਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਆਪਣਾ ਬਣਦਾ ਰੋਲ ਅਪਲਾਈ ਕੀਤਾ ਹੁੰਦਾ ਤਾਂ ਉਸੇ ਦਿਨ ਉਹਨਾਂ ਨੂੰ ਵਿਚਕਾਰ ਕੰਧ ਬਣ ਕੇ ਖੜ ਜਾਣਾ ਚਾਹੀਦਾ ਸੀ ਤੇ ਉਹ ਜਿਹੜੇ ਲੜਾਈ ਜਾਂ ਵਿਵਾਦ ਜਿੰਨਾ ਵੱਧ ਕੇ ਅੱਗੇ ਵਧਿਆ ਉਹ ਉੱਥੇ ਹੀ ਰੁਕ ਸਕਦਾ ਸੀ ਕਿ ਬਿਠਾ ਕੇ ਗੱਲ ਕੀਤੀ ਜਾ ਸਕਦੀ ਸੀ। ਕਿਸੇ ਦੀ ਨਹੀਂ ਬੋਲੇ। 12 ਤਰੀਕ ਨੂੰ ਨਹੀਂ ਬੋਲੇ। 13 ਤਰੀਕ ਨੂੰ ਫਿਰ ਵਿਰਸਾ ਸਿੰਘ ਬਲਟੋਆ ਵੱਲੋਂ ਪੋਸਟ ਪਾਈ ਜਾਂਦੀ ਹੈ ਔਰ ਕੋਰ ਕਮੇਟੀ ਦੀ ਮੀਟਿੰਗ ਨੂੰ ਆਉਂਦੇ ਗੱਡੀ 'ਚੋਂ ਉਹ ਵੱਖ-ਵੱਖ ਚੈਨਲਾਂ ਨਾਲ ਗੱਲ ਕਰਦੇ ਆ ਔਰ ਤਲਖੀ ਵੱਧਦੀ ਤੁਰੀ ਜਾਂਦੀ ਹੈ। ਪ੍ਰਧਾਨ ਸਾਹਿਬ ਧਾਮੀ ਸਾਹਿਬ ਉਹਦੇ 'ਤੇ ਨਹੀਂ ਬੋਲੇ। ਕੋਰ ਕਮੇਟੀ ਦੀ ਮੀਟਿੰਗ ਹੁੰਦੀ ਹੈ ਤੇ ਕੋਰ ਕਮੇਟੀ ਦੀ ਮੀਟਿੰਗ ਚੱਲਦੇ 'ਚ ਪਤਾ ਲੱਗ ਜਾਂਦਾ ਕਿ ਅਕਾਲ ਤਖਤ ਸਾਹਿਬ ਤੋਂ ਨੋਟਿਸ ਜਾਰੀ ਹੋ ਗਿਆ। ਤਾਂ ਲੱਗਦਾ ਤਾਂ ਇਹ ਸੀ ਵੀ ਇੱਥੇ ਕੋਈ ਗੱਲ ਮੁੱਕੂਗੀ, ਪਰ ਮੇਰਾ ਖਿਆਲ ਹੈ ਕਿ ਐਂ ਹੀ ਲੱਗਿਆ ਜਿਵੇਂ ਕੋਰ ਕਮੇਟੀ 'ਚ ਵੀ ਚੰਗੀ ਥਾਪੀ ਦਿੱਤੀ ਗਈ ਹੋਵੇ ਵੀ ਠੀਕ ਕੰਮ ਚੱਲ ਰਿਹਾ ਤੇ ਇਹਨੂੰ ਅੱਗੇ ਵਧਾਓ। ਤੇ ਤੁਸੀਂ ਦੇਖਦੇ ਹੋ ਕਿ ਜਦੋਂ ਹੀ ਉਹ ਕੋਰ ਕਮੇਟੀ 'ਚੋਂ ਬਾਹਰ ਨਿਕਲ ਕੇ ਗੱਡੀ 'ਚ ਬੈਠ ਕੇ ਬਾਕੀ ਚੈਨਲਾਂ ਨਾਲ ਗੱਲ ਕਰਦੇ ਆ, ਉਹ ਜਿਹੜੀ ਸੁਰ ਹੈ ਉਦੋਂ ਤਿੱਖੀ ਹੁੰਦੀ ਤੁਰੀ ਗਈ। ਤੇ ਤੁਹਾਡੇ ਸਾਹਮਣੇ ਹੈ ਇਹੀ ਜਿਹੜਾ ਬਿਰਤਾਂਤ ਹੈ ਇਹ 13 ਨੂੰ ਵੀ ਜਾਰੀ ਰਿਹਾ ਤੇ 14 ਨੂੰ ਵੀ ਜਾਰੀ ਰਿਹਾ। ਧਾਮੀ ਸਾਹਿਬ ਪ੍ਰਧਾਨ ਸਾਹਿਬ ਇੱਕ ਸ਼ਬਦ ਵੀ ਨਹੀਂ ਬੋਲੇ। ਤੀਜਾ ਦਿਨ ਵੀ ਆ ਗਿਆ ਅੱਜ। ਚੌਥਾ ਦਿਨ ਜਿਸ ਦਿਨ 17 ਤਰੀਕ ਨੂੰ 15 ਤਰੀਕ ਨੂੰ ਜਥੇਦਾਰ ਸਾਹਿਬਾਨਾਂ ਦੇ ਪੇਸ਼ ਹੋਏ ਹੈ ਸਾਹਿਬ ਵਿਰਸਾ ਸਿੰਘ ਬਲਟੋਆ, ਉਹਨਾਂ ਨੇ ਜਾ ਕੇ ਆਪਦਾ ਜੋ ਅੰਦਰ ਰੱਖਿਆ ਪੱਖ ਰੱਖਿਆ। ਉਹਦੇ ਬਾਅਦ 'ਚ ਸਾਰੀ ਪ੍ਰੈਸ ਕਾਨਫਰੰਸ ਹੋਈ, ਉਹ ਮੇਰੇ ਕੋਲ ਦੱਸਣ ਦਾ ਵਿਸ਼ਾ ਨਹੀਂ ਹੈ। ਪਰ ਜਦੋਂ ਘਰੇ ਪਹੁੰਚ ਜਾਂਦੇ ਆ ਉਹ ਫਿਰ ਵੀਡੀਓ ਜਾਰੀ ਕਰ ਦਿੰਦੇ ਆ। ਧਾਮੀ ਸਾਹਿਬ ਫਿਰ ਨਹੀਂ ਬੋਲੇ। ਅਗਲਾ ਦਿਨ ਫਿਰ ਆਉਂਦਾ ਹੈ ਔਰ ਜਦੋਂ ਵਾਰ-ਵਾਰ ਵੀਡੀਓ ਆਈ ਜਾਂਦੀਆਂ, ਵਾਰ-ਵਾਰ ਕਿਰਦਾਰ ਕੁਸ਼ੀ ਹੋ ਰਹੀ ਹੈ, ਵਾਰ-ਵਾਰ ਇਲਜ਼ਾਮਾਤ ਲੱਗ ਰਹੇ ਹੈ। ਔਰ ਜਦੋਂ ਜਥੇਦਾਰ ਸਾਹਿਬਾਨਾਂ ਨੇ ਫਰਮਾਨ ਸੁਣਾਇਆ ਉਹਨਾਂ ਨੇ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਬੱਚਿਆਂ ਦੀ ਕਿਰਦਾਰ ਕੁਸ਼ੀ ਹੋ ਰਹੀ ਹੈ, ਬੱਚਿਆਂ ਦੀ ਰੈਕੀ ਹੋ ਰਹੀ ਹੈ, ਸਾਡੇ 'ਤੇ ਇਲਜ਼ਾਮਾਤ ਲੱਗ ਰਹੇ ਆ, ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਤੇ ਜਿਸ ਦਿਨ ਇਹ ਨਹੀਂ ਰੁਕਦਾ ਤੇ 17 ਤਰੀਕ ਨੂੰ ਯਾਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ਼੍ਰੀ ਦਮਦਮਾ ਸਾਹਿਬ ਆਪਣਾ ਅਸਤੀਫਾ ਧਾਮੀ ਸਾਹਿਬ ਨੂੰ ਭੇਜਦੇ ਆ, ਜਿਹੜਾ ਕਿ ਧਾਮੀ ਸਾਹਿਬ ਨੇ ਖੁਦ ਆਪਣੇ ਮੁਖਾਤਬ ਤੋਂ ਦੱਸਿਆ ਕਿ 5 ਵਜੇ ਮੈਨੂੰ ਭੇਜਤਾ ਸੀ। ਉਸ ਅਸਤੀਫੇ ਦੀਆਂ ਜਿਹੜੀਆਂ 17 ਸੀ ਜਿਹੜੇ ਸ਼ਬਦ ਸੀ, ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦਾ ਭਰਿਆ ਹੋਇਆ ਗਲਾ ਸੀ ਜਾਂ ਅੱਖਾਂ ਸੀ, ਉਹ ਸਾਰਾ ਜਿਹੜਾ ਰੂਪ ਰੇਖਾ ਬਿਰਤਾਂਤ ਜਿਹੜਾ ਉਹ ਹਰੇਕ ਸਿੱਖ ਦੇ ਮਨ ਦੇ ਵਿੱਚ ਇੱਕ ਬੜੀ ਪੀੜਾ ਛੱਡ ਗਿਆ। ਔਰ ਧਾਮੀ ਸਾਹਿਬ ਫਿਰ ਵੀ ਨਹੀਂ ਬੋਲੇ। 7:30 ਵਜੇ ਫਿਰ ਜਿਹੜਾ ਹੈਗਾ ਗਿਆਨੀ ਰਘਬੀਰ ਸਿੰਘ ਜੀ ਵਿੱਚ ਆਉਂਦੇ ਆ ਔਰ ਉਹ ਆਦੇਸ਼ ਦਿੰਦੇ ਆ ਕਿ ਇਹ ਅਸਤੀਫਾ ਰੱਦ ਕੀਤਾ ਜਾਵੇ। ਔਰ ਉਹਨਾਂ ਨੇ ਵੀ ਕਿਹਾ ਕਿ ਮੇਰੇ ਵੀ ਬੱਚਿਆਂ ਦੀ ਰੈਕੀ ਕੀਤੀ ਜਾ ਰਹੀ ਹੈ। ਦੁਬਾਰਾ ਫਿਰ ਉਹਨਾਂ ਨੇ ਆਪਦਾ ਜਿਹੜਾ ਸੀਗਾ ਉਹਨਾਂ ਦੇ ਨਾਲ ਹੱਡ ਬੀਤੀ ਉਹ ਵੀ ਦੱਸਤੀ। ਧਾਮੀ ਸਾਹਿਬ ਫਿਰ ਨਹੀਂ ਬੋਲੇ। 9:30 ਵਜੇ ਦੇ ਕਰੀਬ ਮੈਂ ਸੁਧਾਰ ਲਹਿਰ ਵੱਲੋਂ ਮੁੱਦਾ ਚੱਕਦਾ ਹਾਂ ਔਰ ਇਹਦੇ 'ਚ ਮੁੱਦਾ ਮੈਂ ਕੀ ਚੱਕਦਾ ਕਿ ਜਿਹੜੇ SGPC ਦੇ ਪ੍ਰਧਾਨ ਸਾਹਿਬ ਆਪਣੇ ਜਥੇਦਾਰ ਸਾਹਿਬਾਨਾਂ ਦੇ ਨਾਲ ਨਹੀਂ ਖੜ ਸਕਦੇ, ਉਹਨਾਂ ਦੀ ਬਾਂਹ ਨਹੀਂ ਫੜ ਸਕਦੇ, ਤੇ ਫਿਰ ਉਹ ਬਾਕੀ ਕੌਮ ਦਾ ਕਿੱਥੋਂ ਰਾਖੀ ਕਰਨਗੇ। ਫਿਰ ਮੇਰਾ ਖਿਆਲ ਹੈ ਕਿ ਧਾਮੀ ਸਾਹਿਬ ਨੂੰ ਕਿਸੇ ਨੇ ਕਹਿ ਕੇ ਜਗਾਇਆ ਜਾਂ ਉਠਾਇਆ ਤੇ ਬਿਨਾਂ ਦਸਤਾਰ ਤੋਂ ਤੇ ਫਿਰ ਉਹ ਲਾਈਵ ਹੁੰਦੇ ਆ। ਕੁਝ ਸੈਕਿੰਡਾਂ ਲਈ ਲਾਈਵ ਹੁੰਦੇ ਆ। ਮੈਨੂੰ ਫਿਰ ਦੁੱਖ ਨਾਲ ਕਹਿਣਾ ਪੈਂਦਾ ਉਸ ਲਾਈਵ ਦੇ ਵਿੱਚ ਵੀ ਸਿਰਫ ਤੇ ਸਿਰਫ ਜਥੇਦਾਰ ਸਾਹਿਬਾਨਾਂ ਨੂੰ ਪਾਠ ਪੜ੍ਹਾਇਆ ਗਿਆ। ਨਾ ਵਿਰਸਾ ਸਿੰਘ ਬਲਟੋਆ ਦੇ ਖਿਲਾਫ ਇੱਕ ਸ਼ਬਦ ਬੋਲਿਆ, ਨਾ ਜਿਹੜੇ ਜਥੇਦਾਰ ਸਾਹਿਬਾਨਾਂ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਸਾਡੀ ਕਿਰਦਾਰ ਕੁਸ਼ੀ ਕਰ ਰਿਹਾ, ਨਾ ਉਹਨਾਂ ਦੇ ਖਿਲਾਫ ਬੋਲਿਆ। ਤੇ ਸਿਰਫ ਪਾਠ ਪੜ੍ਹਾ ਕੇ ਤੇ ਉਹਦੇ ਤੋਂ ਅੱਗੇ ਚੱਲਦੇ ਬਣੇ। ਐਦੋਂ ਕਮਜ਼ੋਰ ਪ੍ਰਧਾਨ ਕੋਈ ਹੋ ਸਕਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਲਾ ਕੇ ਤਿੰਨੋਂ ਜਥੇਦਾਰ ਸਾਹਿਬਾਨਾਂ ਨੇ ਇੱਥੋਂ ਤੱਕ ਕਹਿਤਾ ਹੋਵੇ ਕਿ ਜੇ ਇਹੀ ਹਾਲਾਤ ਰਹਿਣੇ ਆ ਤੇ ਅਸੀਂ ਸਾਰੇ ਵੀ ਜਾ ਸਕਦੇ ਹਾਂ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇੱਕ ਪਾਰਟੀ ਦੀ, ਇੱਕ ਧੜੇ ਦੀ, ਇੱਕ ਪਰਿਵਾਰ ਦੀ ਕੱਲੀ ਖਿਆਲ ਰੱਖ ਕੇ ਤੇ ਜਿਹੜਾ ਜੋ ਕੁਝ ਜਥੇਦਾਰਾਂ ਸਾਹਿਬਾਨਾਂ ਪ੍ਰਤੀ ਹੋ ਰਿਹਾ ਉਹਦੇ ਪ੍ਰਤੀ ਇੱਕ ਵੀ ਸ਼ਬਦ ਜਿਹੜਾ ਮੂੰਹ 'ਚੋਂ ਨਹੀਂ ਖੋਲ੍ਹਦੇ। ਇਹ ਐਦੋਂ ਕਮਜ਼ੋਰੀ ਕਿਸੇ ਪ੍ਰਧਾਨ 'ਚ ਹੋ ਸਕਦੀ ਹੈ। ਗੱਲ ਇੱਥੇ ਨਹੀਂ ਰੁਕਦੀ ਕਿ ਜੇ ਤੁਸੀਂ ਅੱਗੇ ਜਾਓ ਤਾਂ ਮੇਰਾ ਖਿਆਲ ਹੈ ਕਿ ਤੁਸੀਂ ਸਾਰੇ ਸਿਆਣੇ ਹੋ, ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਅਕਾਲ ਤਖਤ ਸਾਹਿਬ ਤੋਂ ਕੋਈ ਵੀ ਹੁਕਮਨਾਮਾ ਜਾਰੀ ਹੁੰਦਾ ਹੈ ਉਹਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਹੁੰਦੀ ਹੈ। ਤੇ ਮੈਂ ਕਹਿੰਦਾ ਬੜੇ ਐਸੇ ਹੁਕਮਨਾਮੇ ਹੋਣਗੇ ਜਿਹੜੇ ਇਹਨਾਂ ਨੇ ਖੁਦ ਹੀ ਨਹੀਂ ਮੰਨੇ, ਪਰ ਮੈਂ 4-5 ਜਿਹੜੇ ਤੁਹਾਡੇ ਕੰਨਾਂ ਵਿੱਚ ਦੀ ਆਵਾਜ਼ ਗਈ ਹੈ ਮੈਂ ਉਹ ਜ਼ਰੂਰ ਤੁਹਾਡੇ ਯਾਦ ਕਰਾਵਾਂ ਔਰ ਮੈਂ ਕਮਜ਼ੋਰੀ ਇਹਨਾਂ ਦੀ ਤੁਹਾਡੇ ਸਾਹਮਣੇ ਪੇਸ਼ ਕਰਨੀ ਚਾਹੂੰਗਾ। ਸਭ ਤੋਂ ਪਹਿਲਾਂ ਸੀਗਾ ਕਿ ਜਦੋਂ ਹੁਣ ਮੰਨ ਲਓ ਸੁਖਬੀਰ ਸਿੰਘ ਬਾਦਲ ਨੂੰ ਬੁਲਾਇਆ ਗਿਆ ਤੇ ਉਹਦੇ ਵਿੱਚ ਇੱਕ 92 ਲੱਖ ਦੇ ਇਸ਼ਤਿਹਾਰਾਂ ਵਾਲਾ ਵੀ ਮੁੱਦਾ ਸੀ, ਤੁਹਾਡੇ ਧਿਆਨ 'ਚ ਹੋਣਾ।
ਔਰ ਤੁਸੀਂ ਹਰ ਇਨਸਾਨ ਨੇ ਇਹ ਗੱਲ ਸੁਣੀ ਹੈ ਜਿਹਨੂੰ ਥੋੜੀ ਵੀ ਸਿੱਖ ਸਿਧਾਂਤਾਂ ਪਰੰਪਰਾਵਾਂ ਬਾਰੇ ਜਾਂ ਸਿੱਖ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਕੋਈ ਲਾਗਾ ਰੱਖਦਾ ਹੈ, ਉਹਨੇ ਹਰੇਕ ਨੇ ਸੁਣੀ ਹੈ ਕਿ ਜਿਹੜੇ ਸਾਬਕਾ ਚੀਫ ਸੈਕਟਰੀ ਹਰਚਰਨ ਸਿੰਘ ਸੀ, ਜਿਹੜੇ ਕਿ ਅੱਜ ਇਸ ਦੁਨੀਆ ਤੇ ਨਹੀਂ ਰਹੇ ਹੈ, ਉਹਨਾਂ ਦੀ ਵੀਡੀਓ ਫਿਰਦੀ ਹੈ ਕਿ ਮੈਂ ਤੇ ਅਵਤਾਰ ਸਿੰਘ ਪ੍ਰਧਾਨ ਸਾਹਿਬ ਨੂੰ ਬੁਲਾਇਆ ਗਿਆ ਔਰ ਇਹ 92 ਲੱਖ ਦੇ ਇਸ਼ਤਿਹਾਰ ਜਿਹੜੇ ਦੇਣ ਦੇ ਲਈ ਹੁਕਮ ਜਾਰੀ ਕੀਤਾ। ਅਸੀਂ ਕੋਸ਼ਿਸ਼ ਕੀਤੀ ਵੱਡੇ ਬਾਦਲ ਸਾਹਿਬ ਨਾਲ ਗੱਲ ਕਰਨ ਦੀ, ਜਾਂ ਉਹਨਾਂ ਨੇ ਕਹਿ ਤਾ ਕਿ ਇਹਨਾਂ ਨੇ ਮੰਨਣਾ ਨਹੀਂ ਹੈ। ਮੁੱਕਦੀ ਗੱਲ ਉਹਦੇ 'ਚ ਸਾਬਤ ਹੁੰਦਾ ਹੈ ਕਿ ਉਹ ਇਸ਼ਤਿਹਾਰ 92 ਲੱਖ ਦੇ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਜਾਂ ਉਹਨਾਂ ਦੇ ਦਬਾਅ ਥੱਲੇ ਆ ਕੇ ਦਿੱਤੇ। ਉਹਦੇ 'ਚ ਸਪਸ਼ਟੀਕਰਨ ਮੰਗਿਆ ਸੀ ਤੇ ਤੁਸੀਂ ਹੈਰਾਨ ਹੋ ਜਾਓਗੇ, ਖੁਦ ਧਾਮੀ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਪਿੱਛੇ ਖੜੇ ਆ ਜਦੋਂ ਉਹ ਸਪਸ਼ਟੀਕਰਨ ਦੇਣ ਗਏ ਆ, ਪਰ ਜਿਹੜਾ ਸਪਸ਼ਟੀਕਰਨ SGPC ਦੇ ਪ੍ਰਧਾਨ ਨੇ ਆਪਦੇ ਦਸਤਖਤਾਂ ਥੱਲੇ ਦੇਣਾ ਸੀ ਉਹ ਨਹੀਂ ਦੇਣ ਗਏ ਔਰ ਅਕਾਲ ਤਖਤ ਸਾਹਿਬ ਨੂੰ ਗੁੰਮਰਾਹ ਕੀਤਾ ਔਰ ਤੱਥ ਲੁਕੋਏ ਗਏ ਔਰ ਸਿਰਫ ਇੱਕ ਅਧਿਕਾਰੀ ਪੱਧਰ ਤੇ ਦਸਤਖਤ ਕਰਾਏ ਗਏ। ਪਹਿਲੇ ਹੁਕਮਨਾਮੇ ਦੀ ਜਾਂ ਪਹਿਲੇ ਆਦੇਸ਼ਾਂ ਦੀ ਅਵਗਿਆ ਉਲੰਘਣਾ ਇੱਥੇ ਕੀਤੀ ਹੈ। ਦੂਸਰਾ, ਜੇ ਤੁਹਾਡੇ ਯਾਦ ਹੋਵੇ, ਭਾਈ ਰਾਜੋਆਣਾ ਸਾਹਿਬ ਨੇ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਰੱਖਤੀ, ਉਸ ਤੋਂ ਬਾਅਦ ਵਿਵਾਦ ਬਣਿਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਖੁਦ ਚੱਲ ਕੇ ਗਏ, ਉਸ ਜਿਹੜੀ ਭੁੱਖ ਹੜਤਾਲ ਨੂੰ ਖੁਲਾਇਆ ਤੇ ਆਦੇਸ਼ ਜਾਰੀ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿ ਬੰਦੀ ਸਿੰਘਾਂ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਕੋਈ ਤਕੜੀ ਰੂਪਰੇਖਾ ਤਿਆਰ ਕਰੇ ਤਾਂ ਕਿ ਜਿਹੜਾ ਹੈਗਾ ਇਸ ਲੜਾਈ ਨੂੰ ਕਿਸੇ ਅੰਜਾਮ ਤੇ ਲਿਜਾਇਆ ਜਾ ਸਕੇ। ਤੇ ਤੁਹਾਡੇ ਯਾਦ ਹੋਣਾ 24 ਲੱਖ ਫਾਰਮ ਵੀ ਭਰੇ ਗਏ। ਫਿਰ ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਬੁਲਾ ਕੇ ਇੱਕ ਰੋਸ ਮਾਰਚ ਦਿੱਲੀ ਦੇ ਵਿੱਚ ਰੱਖਿਆ ਸੀ, ਤੁਹਾਡੇ ਸਾਰਿਆਂ ਦੇ ਯਾਦ ਹੋਣਾ। ਔਰ ਮੈਂ ਪੁੱਛਣਾ ਚਾਹੁੰਦਾ ਅੱਜ ਧਾਮੀ ਸਾਹਿਬ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਕਿ ਉਹ ਜਿਹੜਾ ਰੋਸ ਮਾਰਚ ਸੀ ਜਿਹਦੇ 'ਚ ਕਿਸਾਨ ਜਥੇਬੰਦੀਆਂ ਨੇ ਵੀ ਜਾਣਾ ਸੀ, ਅਕਾਲੀ ਦਲ ਮਾਨ ਨੇ ਵੀ ਜਾਣਾ ਸੀ, ਬਾਕੀ ਅਕਾਲੀ ਦਲਾਂ ਨੇ ਵੀ ਜਾਣਾ ਸੀ, ਪੰਜਾਬ ਨਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਸਾਰੇ ਸਿੱਖ ਆ ਰਹੇ ਸੀ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ। ਉਹ ਰੋਸ ਮਾਰਚ ਦੋਨੋਂ ਪ੍ਰਧਾਨ ਸਾਹਿਬਾਨ ਦੱਸਣ ਕਿ ਕਿਹਦੇ ਕਹਿਣ ਤੇ ਰੱਦ ਕੀਤਾ ਗਿਆ ਸੀ। ਕੀ ਪਬਲਿਕ ਨੂੰ ਕਿਸੇ ਨੂੰ ਦੱਸਿਆ ਗਿਆ ਕਿਹਦਾ ਟੈਲੀਫੋਨ ਕਿਹਨੂੰ ਆਇਆ ਤੇ ਕਿਉਂ ਰੱਦ ਕੀਤਾ? ਇਹ ਕਮਜ਼ੋਰੀ ਸਾਬਤ ਨਹੀਂ ਹੁੰਦੀ? ਕਹਿੰਦੇ ਆ ਸਾਨੂੰ DC ਨਹੀਂ ਮਿਲਦਾ, ਤੇ DC ਮਿਲੇ ਕਿੱਥੋਂ ਜਦੋਂ ਇੱਕ ਟੈਲੀਫੋਨ ਤੇ ਤਾਂ ਆਪਾਂ ਸਾਰੇ ਪ੍ਰੋਗਰਾਮ ਰੱਦ ਕਰਕੇ ਤੇ ਘਰੇ ਬੈਠ ਜਾਂਦੇ ਆ। ਇਹ ਦੂਜੇ ਆਦੇਸ਼ ਦੀ ਅਕਾਲ ਤਖਤ ਸਾਹਿਬ ਦੀ ਉਲੰਘਣਾ ਕੀਤੀ ਹੈ। ਤੀਜਾ ਜਿਹੜਾ ਆਦੇਸ਼ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ। ਤਨਖਾਹੀਏ ਕਰਾਰ ਦੇ ਜਿਹੜੇ ਸਿੱਖ ਰਹਿਤ ਮਰਜ਼ਾਦਾ ਉਹਦੇ 'ਚ ਸਾਰਾ ਕੁਝ ਕਲੀਅਰ ਹੈ ਕਿ ਜੇ ਕੋਈ ਤਨਖਾਹੀਏ ਨਾਲ ਵਰਤਦਾ ਤੇ ਉਹ ਵੀ ਤਨਖਾਹੀਆ ਹੋ ਜਾਂਦਾ। ਔਰ ਇੱਥੋਂ ਤੱਕ ਪਬਲਿਕ ਮੀਟਿੰਗਾਂ ਕਰ ਰਹੇ ਆ, ਉਹਨਾਂ ਨੂੰ ਕਿਸੇ ਨੇ ਜਾ ਕੇ ਜਾਣਕਾਰੀ ਨਹੀਂ ਦਿੱਤੀ ਹੋਣੀ। ਜੇ ਜਾਣਕਾਰੀ ਦਿੱਤੀ ਹੈ ਤੇ ਦੱਸਣ ਵੀ ਅਸੀਂ ਤਾਂ ਦੱਸਿਆ ਸੀ, ਉਹ ਉਲੰਘਣਾ ਕਰ ਰਹੇ ਆ। SGPC ਮੈਂਬਰਾਂ ਨੂੰ ਵੀ ਬੁਲਾ ਕੇ ਮੀਟਿੰਗਾਂ ਹੋ ਰਹੀਆਂ ਔਰ ਸਾਡੇ ਕੋਲੇ ਤਾਂ ਇਹ ਵੀ ਖਬਰਾਂ ਨੇ, ਸੱਚੀਆਂ ਜਾਂ ਝੂਠੀਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਪੜਤਾਲ ਲੈਣ, ਖੁਦ ਧਾਮੀ ਸਾਹਿਬ ਵੀ ਉਸ ਤੋਂ ਬਾਅਦ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਜਿਹੜਾ ਹੈਗਾ ਉਹ ਮੀਟਿੰਗਾਂ ਕਰਕੇ ਆਏ ਆ। ਫਿਰ ਐਡੂ ਵੱਡੀ ਅਵਗਿਆ ਕੀ ਹੋ ਸਕਦੀ ਹੈ? ਅੱਜ ਸੁਖਬੀਰ ਸਿੰਘ ਬਾਦਲ ਕਿਉਂ ਤਨਖਾਹੀਆ ਨੇ? ਕਿਉਂਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਅਵਗਿਆ ਕੀਤੀ ਹੈ, ਉਲੰਘਣਾ ਕੀਤੀ ਹੈ। ਤੇ ਜਿਹੜੇ ਇਨਸਾਨ ਅੱਜ ਵੀ ਅਵਗਿਆ ਕਰ ਰਹੇ ਆ, ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਉਹਨਾਂ ਤੇ ਵੀ ਮੇਰੀ ਬੇਨਤੀ ਹੈ ਕਿ ਸੰਗਿਆਨ ਲੈਣਾ ਚਾਹੀਦਾ। ਇਹ ਤੀਜਾ ਹੋ ਗਿਆ ਜੀ। ਚੌਥਾ ਆਦੇਸ਼ ਜੇ ਤੁਹਾਡੇ ਸਾਹਮਣੇ ਹੋਵੇ, ਮੈਨੂੰ ਲੈਣਾ ਪੈਣਾ ਨਾਮ, ਵੈਸੇ ਮੀਡੀਆ ਦੇ ਅਦਾਰੇ ਦੇ ਵਿੱਚ ਦੂਜੇ ਮੀਡੀਆ ਦਾ ਨਾਮ ਤੁਸੀਂ ਕੋਈ ਠੀਕ ਨਹੀਂ ਸਮਝਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਹਰ ਰੋਜ਼ ਗੁਰਬਾਣੀ ਲਾਈਵ ਦਾ ਮੁੱਦਾ ਸੀ ਜਿਹੜਾ ਕਿ ਇੱਕੋ ਇੱਕ ਅਦਾਰੇ ਕੋਲ ਹੈ, ਔਰ ਉਹ ਅਦਾਰਾ ਕਿਹਦਾ? ਸੁਖਬੀਰ ਸਿੰਘ ਬਾਦਲ ਦਾ। ਔਰ ਆਦੇਸ਼ ਕੀ ਸੀਗਾ ਕਿ ਅਗਲੇ 3 ਮਹੀਨੇ ਦੇ ਵਿੱਚ ਚੈਨਲ ਆਪਣਾ ਬਣਾਇਆ ਜਾਵੇ। YouTube ਚੈਨਲ ਬਣ ਗਿਆ, ਪਰ ਅੱਜ ਤੱਕ ਜਿਹੜਾ ਹੈਗਾ ਉਹ ਚੈਨਲ ਨਹੀਂ ਬਣਾਇਆ। ਉਲਟਾ ਉਸੇ ਅਦਾਰੇ ਨਾਲ 3 ਸਾਲ ਦਾ ਐਗਰੀਮੈਂਟ ਅੱਗੇ ਹੋਰ ਵਧਾ ਲਿਆ। ਇਹ ਚੌਥੀ ਉਲੰਘਣਾ ਹੈ। ਇਹ ਮੈਂ ਉਹ ਦੱਸ ਰਿਹਾ ਜਿਹੜੀ ਸਾਲ 2 ਸਾਲ 'ਚ ਤੁਹਾਡੇ ਸਾਰਾ ਕੁਝ ਸਾਹਮਣੇ ਵਾਪਰਿਆ। ਪੰਜਵੀਂ ਜਿਹੜੀ ਉਲੰਘਣਾ ਹੈ, ਇਹ 15 ਤਰੀਕ ਦੇ ਜਿਹੜਾ ਹੁਕਮਨਾਮਾ ਸੀ ਉਸੇ ਦੀ ਵਗਿਆ ਹੀ ਹੋ ਗਈ ਹੈ। ਜੇ ਤੁਸੀਂ ਯਾਦ ਕਰੋ ਤਾਂ ਮੈਂ 17 ਤੁਹਾਨੂੰ ਪੜ੍ਹ ਦਿਆਂ। ਵੈਸੇ ਤਾਂ ਤੁਸੀਂ ਸਾਰਿਆਂ ਨੇ ਪੜ੍ਹੀਆਂ ਜਿਹੜੀਆਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਾਰੀ ਕੀਤਾ ਸੀ। ਉਹਨਾਂ 'ਚ ਲਿਖਿਆ ਕੀ ਸੀਗਾ ਕਿ ਸਾਹਿਬ ਵਿਰਸਾ ਸਿੰਘ ਬਲਟੋਆ ਦੇ ਮਾਫੀ ਮੰਗਣ ਕਰਕੇ ਉਹਨਾਂ ਦੀ ਸਜ਼ਾ ਜਿਹੜੀ ਹੈ ਘੱਟ ਕਰਦੇ ਆ, ਪਰ ਫਿਰ ਵੀ ਜਿਹੜੀ ਹੈਗੀ ਹੈ ਸਖਤ ਕਾਰਵਾਈ ਨਹੀਂ ਕਰਦੇ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ 24 ਘੰਟਿਆਂ ਦੇ ਅੰਦਰ ਅੰਦਰ ਇਸ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਬਰਖਾਸਤ ਕੀਤਾ ਜਾਵੇ ਅਤੇ 10 ਸਾਲ ਲਈ ਇਸ ਦਾ ਦੁਬਾਰਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਰੋਕ ਲਗਾਈ ਜਾਵੇ। ਇਹ ਹੁਣ ਤੁਸੀਂ ਅੰਦਾਜ਼ਾ ਲਾਓ ਕਿੱਡਾ ਸਪਸ਼ਟ ਆਦੇਸ਼ ਹੈ। ਪਰ ਕੀਤਾ ਕੀ ਹੈ? ਕੀਤਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਅਸਤੀਫਾ ਮਨਜ਼ੂਰ ਕੀਤਾ ਜਿਹੜਾ ਡਾਕਟਰ ਦਲਜੀਤ ਸਿੰਘ ਚੀਮਾ, ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਵੱਧ ਕਾਗਜ਼ਾਂ ਦੇ ਵੱਧ ਪੜ੍ਹੇ ਲਿਖੇ ਸਮਝਦਾ ਮੈਂ,
ਤੇ ਇਹਦੇ 'ਚ ਨਾ ਤਾਂ ਕਿਤੇ 10 ਸਾਲ ਦਾ ਲਿਖਿਆ। ਪਹਿਲੀ ਗੱਲ ਤਾਂ ਅਸਤੀਫਾ 10 ਸਾਲਾਂ ਵਾਸਤੇ ਕੋਈ ਹੁੰਦਾ ਹੀ ਨਹੀਂ, ਅਸਤੀਫਾ ਤਾਂ ਅਸਤੀਫਾ ਹੀ ਹੁੰਦਾ। ਇਹਨਾਂ ਨੇ ਦੂਜੇ ਤੀਜੇ ਦਿਨ ਬਚਨ ਦੀ ਇੱਕ ਕਲੈਰੀਫਿਕੇਸ਼ਨ ਜੀ ਦੇਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਅਸਤੀਫਾ 10 ਸਾਲ ਦਾ ਸੀ, ਪਰ ਲਿਖੀਆਂ ਕਿੱਥੇ ਮਿਟਦੀਆਂ। ਆ ਲਿਖਿਆ ਤਾਂ ਤੁਹਾਡੇ ਸਾਹਮਣੇ ਆ, ਮੈਂ ਤੁਹਾਨੂੰ ਸਾਰੇ ਮੀਡੀਆ ਨੂੰ ਜਾਰੀ ਕਰ ਦੂੰ। ਉਹ ਕਹਿੰਦੇ ਆਦੇਸ਼ ਸੰਬੰਧੀ ਮੈਂ ਖੁਦ ਗੁਰੂ ਦਾ ਇੱਕ ਨਿਮਾਣਾ ਸਿੱਖ ਹੋਣ ਕਰਕੇ ਸਿਰ ਝੁਕਾ ਕੇ ਪ੍ਰਵਾਨ ਕਰਦਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ। ਇਹ ਅੱਜ ਵੀ ਟਵਿੱਟਰ ਤੇ ਪਿਆ ਡਾਕਟਰ ਦਲਜੀਤ ਸਿੰਘ ਜੀ ਚੀਮਾ ਦੇ। ਇਹ 15-10 ਵਾਲੇ ਹੁਕਮ ਦੀ ਵੀ ਅਵੱਗਿਆ ਹੋਈ ਤੇ ਧਾਮੀ ਸਾਹਿਬ ਇਹਨੂੰ ਪੂਰਾ ਕਰਾਉਣ ਦੇ ਵਿੱਚ ਅੱਗੇ ਨਹੀਂ ਆ ਰਹੇ। ਇਹ ਚਾਰੇ ਜਿਹੜੇ ਮੈਂ ਪਹਿਲਾਂ ਪੜ੍ਹਤੇ, ਇਹ ਧਾਮੀ ਸਾਹਿਬ ਇਹਦੇ 'ਚ ਕਮਜ਼ੋਰੀ ਦਿਖਾ ਰਹੇ, ਨਹੀਂ ਤਾਂ ਪੂਰੇ ਹੋ ਸਕਦੇ ਸੀ। 328 ਸਰੂਪਾਂ ਦੀ ਇੱਕ ਕਮੇਟੀ ਬਣੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਥੱਲੇ, ਤੁਹਾਡੇ ਧਿਆਨ 'ਚ ਹੋਣਾ, ਬੜਾ ਰੌਲਾ ਪਿਆ ਇਸ ਗੱਲ ਦਾ। ਉਹ ਕਮੇਟੀ ਨੇ ਬਹੁਤ ਸਾਰੇ ਫੈਸਲੇ ਦਿੱਤੇ, ਉਹਦੇ 'ਚੋਂ ਇੱਕ ਆਦੇਸ਼ ਕੀਤਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ। ਉਹਨਾਂ ਨੇ ਕੀ ਕੀਤਾ ਸੀ ਕਿ ਸੀਏ ਜਿਹੜਾ ਕੋਹਲੀ ਹੈ ਉਹ ਤੋਂ 9 ਕਰੋੜ ਰੁਪਈਆ ਵਾਪਸ ਜਮ੍ਹਾਂ ਕਰਵਾਇਆ ਜਾਵੇ। ਤੇ ਮੈਂ ਪੁੱਛਣਾ ਚਾਹੁੰਦਾ ਧਾਮੀ ਸਾਹਿਬ ਕਿ ਉਹ ਪਾਰਟੀ ਦੇ ਪ੍ਰਧਾਨ ਸਾਹਿਬ ਦੇ ਕਰੀਬੀ ਬੰਦਾ, ਤਾਂ ਨਹੀਂ ਤੁਸੀਂ ਕੋਈ ਨੋਟਿਸ ਦੇ ਕੇ ਜਮ੍ਹਾਂ ਕਰਾਇਆ, ਜਾਂ ਕਿੱਥੇ ਗੱਲ ਖੜੀ ਹੈ? ਇਸ ਕਰਕੇ ਮੈਂ ਇਹ 5-6 ਜਿਹੜੇ ਤੁਹਾਡੇ ਸਾਹਮਣੇ ਮੁੱਦੇ ਰੱਖੇ ਆ, ਜਿਹੜੇ ਤੁਰੰਤ ਤੁਹਾਡੇ ਸਾਰੇ ਅੱਖਾਂ ਦੇ ਨਜ਼ਰਾਂ ਦੇ ਕੰਨਾਂ ਦੇ ਵਿੱਚੋਂ ਦੀ ਨਿਕਲੇ ਆ ਕਿ ਇਹ ਹੁਕਮਨਾਮਿਆਂ ਦੀ ਅਵੱਗਿਆ ਹੋਈ ਹੈ, ਥਾਂ ਥਾਂ ਤੇ ਵਗਿਆ ਹੋਈ ਹੈ। ਔਰ ਹੁਕਮਨਾਮਿਆਂ ਨੂੰ ਮੈਂ ਦੁਬਾਰੇ ਇੱਕ ਵਾਰੀ ਦੁਹਰਾ ਦਿਆਂ, ਜਿਹੜਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੁੰਦਾ, ਹੁਕਮ ਹੁੰਦਾ, ਉਹਨੂੰ ਪਾਲਣਾ ਕਰਾਉਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੁੰਦੀ ਹੈ। ਤੇ ਪ੍ਰਧਾਨ ਸਾਹਿਬ ਜਿੱਥੇ ਜਥੇਦਾਰ ਸਾਹਿਬਾਨਾਂ ਦੇ ਨਾਲ ਖੜਨ ਤੋਂ ਭੱਜ ਗਏ, ਉੱਥੇ ਮੈਂ ਸਮਝਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਜਾਂ ਆਦੇਸ਼ ਹੈ ਉਹਨਾਂ ਨੂੰ ਵੀ ਲਾਗੂ ਕਰਨ ਦੇ ਵਿੱਚ ਉਹ ਜਿਹੜੇ ਆ ਨਾਕਾਮਯਾਬ ਰਹੇ ਆ। ਔਰ ਮੈਂ ਕਹਿ ਸਕਦਾ ਜਿੰਨੀ ਕੁ ਮੇਰੀ ਉਮਰ ਹੈ ਤੇ ਮੈਨੂੰ ਜਿੰਨੀ ਕੁ ਜਾਣਕਾਰੀ ਆ ਪੜ੍ਹਨ 'ਚ ਮਿਲਿਆ, ਮੈਨੂੰ ਲੱਗਦਾ ਕਿ ਅੱਜ ਤੱਕ ਦੇ ਜੇ ਸਭ ਤੋਂ ਕਮਜ਼ੋਰ ਜੇ ਕੋਈ ਪ੍ਰਧਾਨ ਸਾਬਤ ਹੋਏ ਆ ਤੇ ਮੈਨੂੰ ਲੱਗਦਾ ਕਿ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ। ਹੁਣ ਗੱਲ ਇੱਥੇ ਆਉਂਦੀ ਹੈ ਕਿ ਇਹ ਦਬਕੇ ਕਿਉਂ ਚੱਲਦੇ ਆ, ਇੱਥੇ ਹਾਲਾਤ ਐਸੇ ਉਤਪੰਨ ਕਿਉਂ ਹੁੰਦੇ ਆ? ਉਹਦੇ ਪਿੱਛੇ ਕਾਰਨ ਇੱਕੋ ਹੀ ਹੈ ਕਿ ਜਿਹੜਾ ਮੀਰੀ ਤੇ ਪੀਰੀ ਦਾ ਸਿਧਾਂਤ ਸਾਨੂੰ ਸਾਡੇ ਗੁਰੂ ਸਾਹਿਬਾਨ ਦੇ ਕੇ ਗਏ ਸੀ, ਜਿਹੜੇ ਅੱਜ ਵੀ 2 ਨਿਸ਼ਾਨ ਸਾਹਿਬ ਸਾਨੂੰ ਅੱਜ ਪ੍ਰੇਰਿਤ ਕਰਦੇ ਆ ਕਿ ਜਿਹੜੀ ਧਰਮ ਤੋਂ ਸੇਧ ਲੈ ਕੇ ਤੇ ਸਿਆਸਤ ਵਿੱਚ ਪ੍ਰਫੁੱਲਤਾ ਵੱਲ ਨੂੰ ਅਸੀਂ ਵਧਣਾ। ਪਹਿਲਾ ਸੁਧਾਰ ਦਾ ਕੰਮ ਅਸੀਂ ਪਿਛਲੀ 28 ਸਤੰਬਰ ਨੂੰ ਅੰਤਰਿੰਗ ਕਮੇਟੀ ਦੀ ਮੀਟਿੰਗ ਸੀ, ਮੈਂ ਸ਼ਾਰਟ 'ਚ ਦੱਸ ਦਿਆਂ। ਉਸ ਦਿਨ ਅਸੀਂ ਇੱਕ ਮਤਾ ਮੂਵ ਕੀਤਾ ਸੀ ਵੀ ਜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿਆਸੀ ਮਤਲਬ ਗਲਬੇ ਤੋਂ ਅਸੀਂ ਬਾਹਰ ਕਰੀਏ। ਤੁਹਾਡੇ ਧਿਆਨ 'ਚ ਹੋਣਾ, ਪਰ ਜਿੰਨਾ ਧਿਆਨ ਜਾਣਾ ਚਾਹੀਦਾ ਸੀ ਮੀਡੀਆ ਦਾ ਗਿਆ ਨਹੀਂ, ਮਾਜੋ ਚੇਚਾ ਤਾਂ ਹੀ ਇਹ ਵੀ ਵਿਸ਼ੇ ਨੂੰ ਵਿੱਚ ਰੱਖਿਆ। ਅਸੀਂ ਕਹਿੰਦੇ ਹਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਮਹਾਨ ਹੈ ਤੇ ਸਿੱਖ ਪੰਥ ਦੀ ਸ਼ਾਨ ਹੈ, ਪਰ ਉੱਥੇ ਬੈਠਣ ਵਾਲੇ ਜਿਹੜੇ ਜਥੇਦਾਰ ਸਾਹਿਬਾਨ ਹੈ ਉਹਨਾਂ ਨੂੰ ਬਿਠਾਉਂਦਾ ਕੌਣ ਹੈ? ਉਹਨਾਂ ਨੂੰ ਬਿਠਾਉਂਦੇ ਆ ਅੰਤਰਿੰਗ ਕਮੇਟੀ 'ਚ ਫੈਸਲਾ ਕਰਦੇ ਔਰ ਸਿਆਸੀ ਤਰੀਕੇ ਨਾਲ ਫੈਸਲੇ ਹੋ ਕੇ ਉੱਥੇ ਬੈਠਦੇ ਆ, ਜਿਹਦੇ ਕਰਕੇ ਅੱਜ ਤੱਕ ਇੰਨਾ ਨਿਘਾਰ ਆਇਆ। ਜੇ ਮੈਂ ਮੋਟੇ ਤੌਰ ਤੇ ਗੱਲ ਕਰ ਲਾਂ ਤਾਂ ਤੁਸੀਂ ਪਿਛਲੇ ਸਮੇਂ 'ਚ ਦੇਖੋ ਕਿ ਤਾਂ ਹੀ ਮੈਂ ਕਹਿਣਾ ਕਿ ਹਰੇਕ ਜਣਾ ਖਣਾ ਉੱਠ ਕੇ ਬੋਲਣ ਲੱਗਿਆ। ਉਹਦੇ ਕਾਰਨ ਕੀ ਨੇ? ਪੁਸ਼ਾਕ ਵਾਲਾ ਕੇਸ ਵਾਪਸ ਕਰਾਉਣਾ, ਪਬਲਿਕ ਡੋਮੇਨ 'ਚ ਹੈ, ਕਿਸੇ ਨੇ ਨਹੀਂ ਰੋਕਿਆ। ਫਿਰ ਡੇਰਾ ਮੁਖੀ ਨੂੰ ਮਾਫੀ ਧੱਕੇ ਨਾਲ ਦਵਾ ਦੇਣੀ, ਇਹ ਤੁਹਾਡੇ ਸਾਹਮਣੇ ਆ ਸਾਰਾ ਕੁਝ। ਤੀਜਾ ਆ ਵੋਟਾਂ ਦੀ ਸੌਦੇਬਾਜ਼ੀ, ਇਹ ਸਾਰਾ ਕੁਝ ਤੁਹਾਡੇ ਸਾਹਮਣੇ ਆ। ਕਿਉਂ ਜਥੇਦਾਰ ਸਾਹਿਬਾਨ ਰੋਕ ਨਹੀਂ ਪਾਉਂਦੇ? ਕਿਉਂਕਿ ਪਤਾ ਹੈ ਕਿ ਅੰਤਰਿੰਗ ਕਮੇਟੀ ਦੇ ਵਿੱਚ 72 ਘੰਟਿਆਂ ਦਾ ਨੋਟਿਸ ਹੋਊਗਾ ਔਰ ਸਾਡੀ ਥਾਂ ਤੇ ਨਵਾਂ ਕੋਈ ਲੱਗ ਜਾਏਗਾ। ਅੱਜ ਮੈਂ ਧੰਨਵਾਦ ਕਰੂੰਗਾ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ, ਸਮੁੱਚੀਆਂ ਸਿੱਖ ਸੰਗਤਾਂ ਦਾ, ਸਮੁੱਚੀਆਂ ਸੰਪਰਦਾਵਾਂ ਦਾ, ਨਿਹੰਗ ਸਿੰਘ ਜਥੇਬੰਦੀਆਂ ਦਾ, ਕਿ ਘੱਟੋ ਘੱਟ ਅੱਜ ਸਾਰੇ ਤਖਤ ਦੇ ਨਾਲ ਆ ਕੇ ਖੜੇ ਆ ਤੇ ਕੋਈ ਨਾ ਕੋਈ ਜਿਹੜੇ ਤਕੜੇ ਤੇ ਕਰੜੇ ਹੁਕਮਨਾਮੇ ਹੋਣ ਦੀ ਜਿਹੜੀ ਹੈ ਉਹ ਆਸ ਬੱਝੀ ਹੈ। ਮੈਂ ਗੱਲ ਮੁੱਦੇ ਤੇ ਆਵਾਂ ਕਿ ਇਹ ਅਸੀਂ ਮਤਾ ਮੂਵ ਕੀਤਾ ਸੀ ਔਰ ਅੱਜ ਮੈਂ ਤੁਹਾਡੇ ਜ਼ਰੀਏ ਹੱਥ ਜੋੜ ਕੇ ਸਾਰੇ ਐਸਜੀਪੀਸੀ ਦੇ ਮੈਂਬਰਾਂ ਨੂੰ ਬੇਨਤੀ ਕਰੂੰਗਾ। ਉਸ ਦਿਨ ਵੀ ਹਾਜ਼ਰ ਮੈਂਬਰਾਂ ਦੇ ਵਿੱਚੋਂ 13 ਦੇ ਵਿੱਚੋਂ 10 ਮੈਂਬਰ ਇਸ ਮਤੇ ਨਾਲ ਸਹਿਮਤ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿਆਸਤ ਤੋਂ ਜਿਹੜਾ ਹੈਗਾ ਆਜ਼ਾਦ ਰੱਖਣਾ ਚਾਹੀਦਾ ਹੈ। ਇਹ ਰੁਤਬਾ ਬਹੁਤ ਵੱਡਾ, ਇਹਨੂੰ ਆਜ਼ਾਦ ਰੱਖਣਾ ਚਾਹੀਦਾ ਹੈ। ਪਰ ਮੈਂਬਰ 10 ਸਹਿਮਤ ਹੋਣ ਦੇ ਬਾਵਜੂਦ ਫੁਟਕਲ ਮਤੇ ਦੀ ਮਨਜ਼ੂਰੀ ਜਿਹੜੀ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਣੀ ਸੀ, ਜਿਹੜੀ ਨਹੀਂ ਦਿੱਤੀ ਤੇ ਇਹ ਮਤਾ ਪਾਸ ਨਹੀਂ ਹੋ ਸਕਿਆ। ਪਰ ਹੁਣ ਅਗਲੀ 28 ਤਰੀਕ ਦੀ ਚੋਣ ਹੈ। ਮੈਂ ਸਾਰੇ ਐਸਜੀਪੀਸੀ ਦੇ ਮੈਂਬਰਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ, ਇਹ ਜਿਹੜਾ ਮਤਾ ਹੈ ਪਹਿਲੀ ਅੰਤਰਿੰਗ ਕਮੇਟੀ 'ਚ ਪਾਸ ਹੋਊਗਾ ਜੇ ਤੁਸੀਂ ਕਿਰਪਾ ਕਰਦੇ ਹੋ। ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਿਰਪਾ ਕਰਦੇ 28 ਤਰੀਕ ਦੀ ਚੋਣ ਜਿੱਤ ਜੀਏ ਤੇ ਪਹਿਲੀ 'ਚ ਪਾਸ ਕਰਾਂਗੇ। ਇਹਦੇ 'ਚ ਮੁੱਦੇ ਕੀ ਹੈ? ਲੰਮਾ ਮੈਂ ਤੁਹਾਨੂੰ ਅਟੈਚ ਕਰੂੰਗਾ ਪਰ 2 ਪੈਰੇ ਜ਼ਰੂਰ ਪੜੂੰਗਾ।
ਪਿਛਲੇ ਸਮੇਂ ਤੋਂ ਦੇਖਣ ਨੂੰ ਮਿਲਿਆ ਕਿ ਰਾਜਨੀਤੀ ਧਰਮ ਤੇ ਭਾਰੂ ਪੈਂਦੀ ਆ ਰਹੀ ਹੈ। ਸੋ ਸਮੁੱਚੀ ਨਾਨਕ ਨਾਮ ਲੇਵਾ ਸੰਗਤ ਚੱਲਦੇ ਦ੍ਰਿਸ਼ਟਾਂਤ ਨੂੰ ਲੈ ਕੇ ਬਹੁਤ ਫਿਕਰਮੰਦ ਹੈ। ਸੋ ਸ੍ਰੀ ਅਕਾਲ ਤਖਤ ਸਾਹਿਬ ਜੀ ਜੋ ਸਦੀਵੀ ਤਖਤ ਹੈ, ਜੋ ਗੁਰੂ ਪੰਥ ਦੀ ਨਿਰਪੱਖ ਸੁਤੰਤਰ ਪ੍ਰਭੂਸਤਾ ਸੰਪੰਨ ਸੰਸਥਾ ਹੈ, ਇਸ ਦੀ ਸੁਤੰਤਰ ਹੋਂਦ ਨੂੰ ਬਹਾਲ ਕਰਨ ਲਈ ਅਤੇ ਸਦੀਵੀ ਤਖਤ ਅਤੇ ਬਾਕੀ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਬਾਰੇ ਪੁਰਾਣੇ ਰਹੁ ਰੀਤ ਮੁਤਾਬਕ ਫੈਸਲੇ ਸੰਬੰਧੀ ਮਤਾ। ਊੜਾ ਕੀ ਹੈ ਜੀ? ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਬਾਰੇ ਪੁਰਾਤਨ ਰਹੁ ਰੀਤ ਅਨੁਸਾਰ ਦਮਦਮੀ ਟਕਸਾਲ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਚੀਫ ਖਾਲਸਾ ਦੀਵਾਨ, ਸਿੰਘ ਸਭਾਵਾਂ, ਪੰਥਕ ਵਿਦਵਾਨਾਂ, ਸੰਪਰਦਾਵਾਂ, ਘੱਟੋ ਘੱਟ ਸਿੱਖਾਂ ਦੀਆਂ 25 ਉੱਪਰਲੀਆਂ ਜਿਹੜੀਆਂ ਸੰਸਥਾਵਾਂ ਹੈ ਉਹ ਬੈਠਣ। 5 ਸਾਬਕਾ ਜਥੇਦਾਰ ਸਾਹਿਬਾਨ ਬੈਠਣ ਸ਼੍ਰੀ ਅਕਾਲ ਤਖਤ ਸਾਹਿਬ ਦੇ। 5 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਾਹਿਬਾਨ ਬੈਠਣ। ਇਹ ਸਾਰੇ ਬੈਠ ਕੇ ਹਫ਼ਤਾ ਭਰ ਕੋਈ ਗੁਰਮਤਿ ਕਰਨ, ਵਿਚਾਰਾਂ ਕਰਨ ਤੇ 3 ਨਾਂ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਅੰਤਰਿਮ ਕਮੇਟੀ ਨੂੰ ਸੁਝਾ ਦੇਣ। ਉਹਨਾਂ 3 ਨਾਵਾਂ ਚੋਂ ਮੈਰਿਟ ਦੇ ਆਧਾਰ ਤੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਹੋ ਸਕੇ। ਫਿਰ ਆ ਜਿਹੜੇ ਅੱਜ ਕੌੜੀ ਦੇ ਬੰਦੇ ਬੋਲਦੇ ਆ ਨਾ, ਫਿਰ ਕੋਈ ਉਂਗਲ ਨਹੀਂ ਕਰ ਸਕੂਗਾ ਵੀ ਇਹ ਕਿਸੇ ਦੀ ਕੋਈ ਸਿਫਾਰਿਸ਼ ਨਾਲ ਲੱਗਿਆ ਜਾਂ ਕਿਸੇ ਦੇ ਕਹਿਣ ਤੇ ਲੱਗਿਆ। ਇਹ ਹੋਣਾ ਚਾਹੀਦਾ। ਕੋਈ ਦੋਸ਼ ਆ ਗਿਆ, ਜਿਵੇਂ ਅੱਜ ਉਂਗਲਾਂ ਉੱਠੀਆਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਉਠਾਈਆਂ ਨੇ, ਤੇ ਸਾਰੀਆਂ ਹੀ ਇਹ ਜਥੇਬੰਦੀਆਂ ਦੀ ਮੀਟਿੰਗ ਫੇਰ ਬੈਠੇ, ਉਹ ਪੜਤਾਲ ਕਰਨ, ਸਬੂਤ ਇਕੱਠੇ ਕਰਨ। ਜੇ ਲੱਗੇ ਵੀ ਇਹ ਦੋਸ਼ ਸਾਬਤ ਹੋ ਗਏ ਆ ਤੇ ਫਿਰ ਉਹ ਰਿਕਮੈਂਡ ਕਰੇ ਐਸਜੀਪੀਸੀ ਨੂੰ ਕਿ ਆਹ ਦੋਸ਼ ਸਾਬਤ ਹੁੰਦੇ ਆ, ਇਹਨਾਂ ਦੀ ਸੇਵਾ ਮੁਕਤੀ ਕਰ ਦੇਣੀ ਚਾਹੀਦੀ ਹੈ। ਤੇ ਫਿਰ ਵੀ ਇਹ ਨਹੀਂ ਵੀ ਅੰਤਰਿਮ ਕਮੇਟੀ ਦੇ ਵਿੱਚ ਜਾਵੇ ਤੇ ਕੰਮ ਜਿਹਨੂੰ ਮਰਜ਼ੀ ਫੇਰ ਬਦਲ ਦੇਣ। ਐਸਜੀਪੀਸੀ ਦੇ ਸਾਰੇ ਮੈਂਬਰ ਜਿਹਨੂੰ 50 ਲੱਖ ਵੋਟਾਂ ਨਾਲ ਚੁਣੇ ਜਾਂਦੇ ਆ, ਉਹ ਸਾਰੇ ਇਕੱਠੇ ਹੋਣ, ਜਨਰਲ ਇਜਲਾਸ ਦੇ ਵਿੱਚ 2/3 ਦੇ ਨਾਲ ਜਥੇਦਾਰ ਸਾਹਿਬ ਨੂੰ ਸੇਵਾ ਮੁਕਤ ਕੀਤਾ ਜਾਵੇ, ਫਿਰ ਇਹ ਬਦਲਿਆ ਜਾ ਸਕੇ। ਅੱਜ ਤਾਂ ਜਿਹੋ ਜੀ ਥਾਣੇਦਾਰ ਦੀ ਬਦਲੀ ਕਰਤੀ, ਉਹੋ ਜੀ ਸਾਡੇ ਜਥੇਦਾਰ ਸਾਹਿਬਾਨਾਂ ਦੀਆਂ ਬਦਲੀਆਂ ਹੁੰਦੀਆਂ ਰਹੀਆਂ। ਇਸ ਕਰਕੇ ਇਸ ਪਾਸੇ ਦੇ ਵੱਲੋਂ ਗੱਲ ਜਿਹੜੀ ਹੈ ਉਹ ਆਈ ਹੈ। ਇਹਦੇ ਨਾਲ ਹੋਰ ਵੀ ਮੁੱਦੇ ਜੁੜੇ ਆ ਕਿ 70 ਸਾਲ ਤੱਕ ਸੇਵਾ ਕਰ ਸਕਣ, ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਵੀ ਕੰਮ ਦਿੱਤਾ ਜਾ ਸਕਦਾ, ਭੱਤੇ ਦਿੱਤੇ ਜਾ ਸਕਦੇ ਆ। ਪਹਿਲਾ ਸੁਧਾਰ ਦਾ ਕੰਮ ਪਰਮਾਤਮਾ ਮਿਹਰਬਾਨੀ ਕਰੇ ਕਿ ਜਿਹੜਾ ਆਉਣ ਵਾਲਾ ਇਲੈਕਸ਼ਨ ਜਿੱਤ ਮੈਂ ਸਮਝਦਾ ਕਿ ਬਹੁਤ ਨੇੜੇ ਹੈ, ਔਰ ਪਰਮਾਤਮਾ ਮਿਹਰ ਕਰੇਗਾ ਇਹ ਕਰਨਾ ਹੈ। ਔਰ ਦੂਜਾ ਜਿਹੜਾ ਮੈਂ ਪਿਛਲੇ ਸਮੇਂ ਦੇ ਦੌਰਾਨ ਇਹ ਥੋੜਾ ਹਟ ਕੇ ਹੈ, ਮੈਂ ਇਹਦੇ 'ਚ ਕੋਈ ਪਾਰਟੀਬਾਜ਼ੀ ਨਹੀਂ ਰੱਖੂੰਗਾ, ਕੋਈ ਧੜੇਬੰਦੀ ਨਹੀਂ ਰੱਖੂੰਗਾ, ਔਰ ਅੱਜ ਦੀ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸੰਬੋਧਿਤ ਹੁੰਦਾ ਕਹੂੰਗਾ, ਕਿਉਂਕਿ ਭਵਿੱਖ ਜਿਹੜਾ ਹੈ ਤੁਹਾਡੇ ਹੱਥਾਂ 'ਚ ਹੈ। ਸਾਡੇ ਗਿੱਟੇ ਗੋਡੇ ਸਮਝ ਲਓ ਚੱਲਣੇ ਘਟ ਗਏ ਹੈ, ਤੇ ਔਰ ਹੋਰ 10 ਸਾਲਾਂ ਨੂੰ ਸਾਰੇ ਦੇ ਸਾਰੇ ਉਮਰ ਦੇ ਤਕਾਜ਼ੇ ਮੁਤਾਬਕ ਅੱਗੇ ਨੂੰ ਚੱਲਦੇ ਜਾਂਦੇ ਆ। ਵਾਗਡੋਰ ਨੌਜਵਾਨ ਪੀੜ੍ਹੀ ਨੇ ਸੰਭਾਲਣੀ ਹੁੰਦੀ ਹੈ, ਔਰ ਇਹ ਮੈਂ ਸਮਝਦਾ ਫਰੀਦਕੋਟ ਤੇ ਖੇਮਕਰਨ ਦੇ ਵਿੱਚ ਵੀ ਸਾਰੀ ਸੰਭਾਲ ਕੇ ਵੇਖੀ ਉਹਨਾਂ ਨੇ। ਇਹ ਜਿਹੜਾ ਮਤਾ ਇਹ ਹਰ ਸਿੱਖ ਨਾਲ ਜੁੜਿਆ ਹੋਇਆ, ਔਰ ਮੈਂ ਸਮਝਦਾ ਕਿ ਸਮੁੱਚੇ ਜਿਹੜਾ ਹੈਗਾ ਸਮਾਜ ਨਾਲ ਜੁੜਿਆ ਹੋਇਆ ਮਤਾ ਨਹੀਂ ਹੈ। ਇਹ ਹੈਗਾ ਕਿ ਜਿਹੜੇ ਅਸੀਂ ਇੱਕ ਗ੍ਰੰਥੀ ਸਹਾਇਤਾ ਫਾਰਮ ਨਾਂ ਦਾ ਅੱਜ ਇੱਕ ਇਹ ਲਾਂਚ ਕਰਨ ਜਾ ਰਹੇ ਹਾਂ। ਫਾਰਮ ਹੈਗਾ, ਮੈਂ QR ਕੋਡ ਵੀ ਤੁਹਾਡੇ ਨਾਲ ਸਾਂਝਾ ਕਰਦਾ। ਉਹਦੇ ਵਿੱਚ ਅਸੀਂ ਇਕੱਠਾ ਕੀ ਕਰ ਰਹੇ ਹਾਂ। ਸਾਨੂੰ ਇਹ ਨਹੀਂ ਪਤਾ ਕਿ ਸਾਡੇ ਪੰਜਾਬ ਦੇ ਵਿੱਚ ਕਿੰਨੇ ਗੁਰਦੁਆਰੇ ਆ, ਕਿੰਨੇ ਗੁਰਦੁਆਰਿਆਂ ਦੇ ਵਿੱਚ ਗ੍ਰੰਥੀ ਸਿੰਘਾਂ ਨੂੰ ਪੱਕੀ ਤਨਖਾਹ ਮਿਲਦੀ ਹੈ, ਕਿੰਨੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਕਥਾਵਾਚਕ ਪੱਕੇ ਨੇ, ਕਿੰਨੇ ਸੇਵਾਦਾਰ ਨੇ, ਕਿੰਨੇ ਢਾਡੀ ਨੇ, ਕਿੰਨੇ ਰਾਗੀ ਨੇ, ਕਿਸੇ ਵੀ ਉਸ ਇਲਾਕੇ ਦੇ ਵਿੱਚ ਹੈਗੇ ਆ। ਉਹ ਜਿੰਨੇ ਵੀ ਇਸ ਕੰਮ ਨਾਲ ਸੰਬੰਧਿਤ ਨੇ, ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਨੌਜਵਾਨ ਪੀੜ੍ਹੀ ਨੂੰ ਕਿ ਗ੍ਰੰਥੀ ਸਹਾਇਤਾ ਜਿਹੜਾ ਸਾਡਾ ਫਾਰਮ ਲਾਂਚ ਕਰਨ ਜਾ ਰਹੇ ਹਾਂ, ਐਪ ਲਾਂਚ ਕਰਨ ਜਾ ਰਹੇ ਹਾਂ ਅਸੀਂ, ਉਹਦੇ ਵਿੱਚ ਉਹ ਫਾਰਮ ਜ਼ਰੂਰ ਜਾ ਕੇ ਭਰਨਾ। ਇਹ ਛੋਟਾ ਮੁੱਦਾ ਨਹੀਂ ਹੈ, ਬਹੁਤ ਵੱਡਾ ਮੁੱਦਾ। ਮੈਂ ਤੁਹਾਨੂੰ ਬੇਨਤੀ ਕਰਦੇ ਹਾਂ। ਇਹਦੇ ਨਾਲ ਮੁੱਦੇ ਕੀ ਜੁੜੇ ਆ? ਜੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੇਖੀਏ ਕਿ ਬੇਅਦਬੀਆਂ ਹੋ ਰਹੀਆਂ ਸੀ, ਇਹਦਾ ਮੁੱਢ ਕਿੱਥੇ ਹੈ? ਗੈਰ ਹਾਜ਼ਰੀ। ਜੇ ਕਹੀਏ ਧਰਮ ਪਰਿਵਰਤਨ ਹੋ ਰਿਹਾ, ਇਹਦਾ ਮੁੱਢ ਕਿੱਥੇ ਹੈ? ਪ੍ਰਚਾਰਕਾਂ ਦੀ ਕਮੀ ਤੇ ਗੈਰ ਹਾਜ਼ਰੀ। ਤੇ ਜੇ ਤੀਜੀ ਗੱਲ ਆ ਜਾਈਏ ਕਿ ਨਸ਼ਿਆਂ ਦਾ ਬਿਰਤਾਂਤ ਵੱਧ ਰਿਹਾ, ਉਹਦਾ ਮੁੱਢ ਕਿੱਥੇ ਹੈ? ਕਿ ਸਾਡੇ ਧਰਮ ਦਾ ਪ੍ਰਚਾਰ ਨਾ ਹੋਣਾ। ਤੇ ਮੈਂ ਇੱਕ ਬੇਨਤੀ ਕਰਾਂ ਪੰਜਾਬੀਆਂ ਨੂੰ, ਤੇ ਖਾਸ ਕਰਕੇ ਸਾਰੇ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ, ਭਾਵੇਂ ਉਹਦੇ 'ਚ ਕੋਈ ਹਿੰਦੂ ਵੀਰ ਹੈ, ਭਾਵੇਂ ਕੋਈ ਵੀ ਹੈ, ਸਾਰੇ ਜਿਹੜੇ ਆਸਥਾ ਰੱਖਦੇ ਆ, ਜੇ ਅਸੀਂ ਕਾਲੇ ਬਿੱਲਾਂ ਤੇ ਲੜਾਈ ਲੜ ਸਕਦੇ ਹਾਂ, ਜੇ ਅਸੀਂ MSP ਦੇ ਮੁੱਦੇ ਤੇ ਜਾ ਕੇ ਬਾਰਡਰਾਂ ਤੇ ਬਹਿ ਕੇ ਸਾਲ-ਸਾਲ ਲੜਾਈ ਲੜ ਸਕਦੇ ਹਾਂ, ਤੇ ਜਿਹੜੇ ਸਾਡੀ ਕੌਮ ਦੇ ਅਸਲੀ ਵਾਰਿਸ ਹੈ, ਜਿਹੜੇ ਸਾਡੇ ਕੌਮ ਦੇ ਅਗਲੀ ਜਵਾਨੀ ਹੈ, ਜਿਹੜਾ ਉਹਨਾਂ ਨੂੰ ਪਾਣੀ ਦੇਣ ਵਾਲਾ ਮਾਲੀ ਹੈ, ਕੀ ਅਸੀਂ ਉਹਦੀ ਮਾਲੀ ਦਾ ਖਿਆਲ ਨਹੀਂ ਰੱਖ ਸਕਦੇ? ਮਾਲੀ ਕੌਣ ਹੈ? ਜਿਹੜਾ ਕਿਸੇ ਵੇਲੇ ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਬਣਾਇਆ ਸੀ। ਹਰ ਪਿੰਡ ਦੇ ਵਿੱਚ 2-2 3-3 ਗੁਰਦੁਆਰੇ ਸਾਹਿਬਾਨ ਹੈ। ਉਹਨਾਂ ਗੁਰਦੁਆਰਿਆਂ ਸਾਹਿਬਾਨ ਦੇ ਵਿੱਚ ਗ੍ਰੰਥੀ ਸਿੰਘ ਹੈ, ਔਰ ਗ੍ਰੰਥੀ ਸਿੰਘਾਂ ਦੀਆਂ ਆਉਣ ਵਾਲੇ ਦਿਨਾਂ 'ਚ ਵੀਡੀਓ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕਈਆਂ ਦੇ ਛੱਤ ਡਿੱਗੀ ਪਈ ਹੈ, ਕਈਆਂ ਦੇ ਮਾਤਾ ਬਿਮਾਰ ਪਈ ਹੈ, ਕਈਆਂ ਦੇ ਬੱਚਿਆਂ ਦੀਆਂ ਫੀਸਾਂ ਤੱਕ ਨਹੀਂ ਭਰੀਆਂ ਜਾ ਰਹੀਆਂ। ਔਰ ਹੁੰਦਾ ਕੀ ਹੈ ਕਿ ਜਦੋਂ ਅਜਿਹਾ ਵਾਪਰਦਾ
ਤੇ ਫਿਰ ਉਹ ਕਰਦੇ ਕੀ ਹੈ, ਸਵੇਰ ਦਾ ਪਾਠ ਕਰਕੇ ਤੇ ਬੜੀ ਛੇਤੀ ਨਾਲ ਮਹਾਰਾਜ ਸਾਹਿਬ ਨੂੰ ਸੰਤੋਖ ਕੇ ਜਿੰਦਰਾ ਲਾ ਕੇ ਤੇ ਉਹ ਦਿਹਾੜੀ ਕਰਨ ਚੱਲਿਆ ਹੁੰਦਾ। ਕੋਈ ਆਪਦਾ ਕੋਈ ਕਰਿਆਨੇ ਦਾ ਕੰਮ ਕਰਦਾ, ਕੋਈ ਉਹਦੇ ਤੇ ਚੱਲਿਆ ਹੁੰਦਾ, ਕੋਈ ਕਿਤੇ ਹੋਰ ਕੋਈ ਪੈਸੇ ਕਮਾਉਣ, ਕਿਉਂਕਿ ਬੱਚਿਆਂ ਦੀ ਫੀਸ ਭਰਨੀ ਹੈ, ਮਾਂ ਦੀ ਦਵਾਈ ਲੈਣੀ ਹੈ, ਘਰ ਵਾਲੀ ਨੂੰ ਕੋਈ ਨਾ ਕੋਈ ਸਮੇਂ ਅਨੁਸਾਰ ਕੋਈ ਚੀਜ਼ ਲੈ ਕੇ ਦੇਣੀ ਹੈ, ਚੁੱਲ੍ਹਾ ਚਲਾਉਣਾ ਹੈ। ਤੇ ਤੁਸੀਂ ਹੈਰਾਨ ਹੋਵੋਗੇ ਮਿਨੀਮਮ ਵੇਜਸ ਕੀ ਹੈ ਅੱਜ, ਘੱਟ ਤੋਂ ਘੱਟ ਉਜਰਤ ਸਰਕਾਰ ਨੇ ਕਿੰਨੀ ਜਿਹੜੀ ਹੈਗੀ ਹੈ ਉਹ ਕੀਤੀ ਹੈ, ਜੇ ਮੈਂ ਗਲਤ ਨਾ ਹੋਵਾਂ 394 ਰੁਪਏ ਹੈ। ਤੇ ਤੁਹਾਨੂੰ ਮੈਂ ਗ੍ਰੰਥੀ ਸਿੰਘਾਂ ਦੀ ਜੇ 5-7 ਦਾ ਹੀ ਮੈਂ ਤੁਹਾਨੂੰ ਡਾਟਾ ਦੇ ਦਿਆਂ ਕਿ ਕਿੰਨੀ ਤਨਖਾਹ ਹੈ, 3500 ਰੁਪਏ, 2800 ਰੁਪਏ, 4000 ਰੁਪਈਆ। ਅੱਜ ਦੀ ਦਿਹਾੜੀ ਦੇ ਵਿੱਚ ਕੀ ਬਣਦਾ ਜੀ 3500 ਰੁਪਏ ਨਾਲ? ਫਿਰ ਉਹ ਬੰਦਾ ਕਿੱਥੋਂ ਪ੍ਰਚਾਰ ਕਰੂਗਾ? ਜੇ ਸਾਡੇ ਉਹਨਾਂ ਗ੍ਰੰਥੀ ਸਾਹਿਬਾਨਾਂ ਨੂੰ, ਸੇਵਾਦਾਰ ਸਾਹਿਬਾਨਾਂ ਨੂੰ, ਰਾਗੀ ਸਿੰਘਾਂ ਨੂੰ, ਕਥਾਵਾਚਕਾਂ ਨੂੰ, ਢਾਡੀ ਸਿੰਘਾਂ ਨੂੰ, ਜਿਹੜੇ ਕਿ ਗੁਰੂ ਸਾਹਿਬ ਨਾਲ ਪੱਕੇ ਜੁੜੇ ਹੋਏ ਆ, ਜੇ ਉਹਨਾਂ ਨੂੰ ਰੋਜ਼ੀ ਰੋਟੀ ਦਾ ਫਰਕ ਨਾ ਹੋਊਗਾ, ਫਿਕਰ ਨਾ ਹੋਊਗਾ, ਤਾਂ ਉਹ ਸਾਰਾ ਦਿਨ ਪਿੰਡ ਦੇ ਵਿੱਚ ਪ੍ਰਚਾਰ ਕਰ ਸਕਦਾ। ਉਹ ਇੱਕ ਦਿਨ ਦੇ ਵਿੱਚ ਇੱਕ ਵੀ ਨੌਜਵਾਨ ਨੂੰ ਸਾਡੇ ਨੂੰ ਕੇਸਦਾੜੀ ਰੱਖਣ ਲਈ ਇਹ ਪਾਬੰਦ ਕਰ ਲੇ, ਉਹਦਾ ਕੋਈ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਉਹਨੂੰ ਤਿਆਰ ਕਰ ਲੇ, ਤਾਂ ਤੁਸੀਂ ਅੰਦਾਜ਼ਾ ਲਾਓ 25000 ਗੁਰਦੁਆਰੇ ਹੋਣਗੇ ਤੇ ਇੱਕ ਦਿਨ 'ਚ 25000 ਨੌਜਵਾਨ ਤਿਆਰ ਹੋ ਸਕਦੇ। ਹਰ ਰੋਜ਼ ਕਰੇਗਾ ਜਦੋਂ ਉਹਦਾ ਇਹ ਕੰਮ ਹੈ, ਪਰ ਉਹ ਤਾਂ ਕਰੇਗਾ ਜੇ ਉਹਦਾ ਇਸ ਪਾਸਿਓਂ ਧਿਆਨ ਹਟੇਗਾ ਕਿ ਜੇ ਅਸੀਂ ਮਤਲਬ ਉਹਨੂੰ ਰੋਜ਼ੀ ਰੋਟੀ ਦਾ ਜਿਹੜਾ ਹੈਗਾ ਉਹ ਕੋਈ ਫਿਕਰ ਨਹੀਂ ਹੋਊਗਾ। ਇਸ ਕਰਕੇ ਮੈਂ ਬੇਨਤੀ ਕਰੂੰਗਾ ਦੁਬਾਰਾ ਫਿਰ ਕਿ ਇੱਕ ਵਾਰੀ ਮੈਂ ਫਾਰਮ ਤੁਹਾਨੂੰ ਪੜ੍ਹ ਕੇ ਦੱਸ ਵੀ ਦਿੰਦਾ ਕਿ ਕਿਵੇਂ ਕਿਵੇਂ ਹੈਗਾ, ਤੇ ਦੂਸਰਾ ਮੈਂ ਇਹ QR ਕੋਡ ਵੀ ਜਿਹੜਾ ਹੈਗਾ ਸਾਰਿਆਂ ਨੂੰ WhatsApp ਤੇ ਵੀ ਭੇਜ ਦਾਂਗੇ। ਜਦੋਂ ਤੁਸੀਂ ਸਰਚ ਕਰੋਗੇ ਉਹ ਵੀ ਤੁਹਾਡੇ ਸਾਹਮਣੇ ਆ ਜਾਊਗਾ। ਮੈਂ ਹੱਥ ਜੋੜ ਕੇ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰੂੰਗਾ, ਇਹਦਾ ਜ਼ਰੀਆ ਕੀ ਹੈ? ਪਹਿਲਾਂ ਮੈਂ ਇੱਕ ਬੇਨਤੀ ਕਰਦੇ ਹਾਂ, ਜਦੋਂ ਕੋਈ ਸੇਵਾ ਦਾ ਕੰਮ ਸ਼ੁਰੂ ਹੁੰਦਾ ਤੇ ਸਭ ਤੋਂ ਪਹਿਲਾਂ ਇਹ ਜਾਂਦਾ ਵੀ ਪੈਸਾ ਕਿੱਥੋਂ ਆਊਗਾ। ਮੇਰੇ ਕੋਲੇ ਤਾਂ ਆਪ ਮੈਂ ਤਾਂ ਜਿੰਨਾ ਕੱਢ ਸਕਦਾ ਦਸਵੰਧ ਆਪਦੇ ਪਿੰਡ ਦਾ ਹੀ ਪੁੱਛ ਸਕਦਾ, ਬਾਕੀ ਤਾਂ ਕਿੰਨਾ ਕਰ ਸਕਦਾ। ਪਹਿਲੀ ਗੱਲ, ਅਸੀਂ ਕੋਈ ਅਕਾਊਂਟ ਨਹੀਂ ਖੋਲ੍ਹਣਾ ਆਪਦਾ। ਮੈਂ ਇੱਕ ਬੇਨਤੀ ਕਰਦੇ ਹਾਂ, 1 ਵੀ ਰੁਪਈਆ ਕਿਸੇ ਤੋਂ ਅਸੀਂ ਨਹੀਂ ਲੈਣਾ। ਅਸੀਂ ਬੇਨਤੀ ਕਰਾਂਗੇ ਪਿੰਡ ਵਾਲੀਆਂ ਕਮੇਟੀਆਂ ਨੂੰ, ਜੇ ਉਹਨਾਂ ਕੋਲੇ ਗੋਲਕ 'ਚ ਆਉਂਦੇ ਹੀ ਨਹੀਂ ਤਾਂ ਉਹਦਾ ਜ਼ਰੀਆ ਕੀ ਹੋਣਾ ਚਾਹੀਦਾ ਹੈ? ਸਿੱਖ ਸੰਸਥਾਵਾਂ ਨਾਲ ਗੱਲ ਕਰਾਂਗੇ। ਅਖੀਰਲੀ ਗੱਲ, ਮੈਂ ਇਹਦੇ ਵਿੱਚ ਬਹੁਤ ਸਾਰੇ ਸਟੈਪ ਨੇ, ਕਿਉਂਕਿ ਜਦੋਂ ਡਾਟਾ ਆ ਜਾਂਦਾ ਫਿਰ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹਦੇ ਸੰਬੰਧੀ ਕੋਈ ਸਾਂਝਾ ਆਦੇਸ਼ ਜਾਰੀ ਕਰੋ ਕਿ ਜੇ ਸਰਕਾਰ ਤੈਅ ਕਰਦੀ ਹੈ ਵੀ ਮਿਨੀਮਮ ਵੇਜਸ 'ਤੇ ਕੰਮ ਕਰੋ, ਤੇ ਸਾਡੇ ਇਹ ਤਾਂ ਟੈਕਨੀਕਲ ਬੰਦੇ ਨੇ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਹੋਵੇ, ਅਰਥਾਂ ਦਾ ਪਤਾ ਹੋਵੇ, ਜਿਨ੍ਹਾਂ ਨੇ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ, ਜੇ ਉਹਨਾਂ ਨੂੰ ਅਸੀਂ ਤਨਖਾਹ ਮਿਨੀਮਮ ਵੇਜਸ ਲੇਬਰ ਵਾਲੀ ਵੀ ਨਹੀਂ ਦੇ ਸਕਦੇ, ਫਿਰ ਮੇਰਾ ਖਿਆਲ ਹੈ ਸਿੱਖ ਕੌਮ ਦੇ ਲਈ ਸਿਰ ਨੀਵਾਂ ਕਰਕੇ ਬੈਠਣ ਤੋਂ ਇਲਾਵਾ ਸਾਨੂੰ ਕੋਈ ਰਾਹ ਨਹੀਂ ਲੱਭਣਾ। ਇਸ ਕਰਕੇ ਮੇਰੀ ਬੇਨਤੀ ਹੈ, ਇਹ ਜਦੋਂ ਫਾਰਮ ਅਸੀਂ ਖੋਲਾਂਗੇ, ਤੁਸੀਂ ਖੋਲ ਕੇ ਦਿਖਾ ਦਿਓ, ਬਿਹਤਰ ਹੈ ਥੋੜ੍ਹਾ ਜਿਹਾ ਇੱਕ ਵਾਰੀ ਖੋਲ ਕੇ ਦਿਖਾ ਦਿਓ, ਉੱਤੋਂ ਝਲਕ ਜਿਹੜੀ ਪੈਣੀ। ਇਹ ਇਸ ਤਰ੍ਹਾਂ ਦਾ ਹੈਗਾ ਕਿ ਜਦੋਂ ਤੁਸੀਂ ਖੋਲੋਗੇ ਉਹਦੇ ਵਿੱਚ ਜੇ ਮੈਂ ਪੜ੍ਹ ਕੇ ਨਾਲ ਦੀ ਨਾਲ ਦੱਸੀ ਚੱਲਾਂ, ਸਭ ਤੋਂ ਪਹਿਲਾਂ ਹੈ ਕਿ ਤੁਸੀਂ ਕਿਹੜੀ ਸੇਵਾ ਨਿਭਾ ਰਹੇ ਹੋ, ਫਿਰ ਉਸ ਤੋਂ ਬਾਅਦ ਪਿੰਡ ਦਾ ਜਿੱਥੇ ਨਾਮ ਕੀ ਹੈ, ਪਿੰਡ ਦਾ ਨਾਂ ਕੀ ਹੈ, ਤਹਿਸੀਲ ਕੀ ਹੈ, ਜ਼ਿਲ੍ਹਾ ਕੀ ਹੈ, ਗੁਰਦੁਆਰਾ ਸਾਹਿਬ ਦਾ ਨਾਂ ਕੀ ਹੈ, ਕੋਈ ਧਾਰਮਿਕ ਵਿਦਿਆ ਹੈਗੀ ਕਿ ਨਹੀਂ ਹੈਗੀ, ਇਹ ਆ ਜਾਊਗਾ। ਤੁਸੀਂ ਰਹਿੰਦੇ ਕਿੱਥੇ ਹੋ, ਗੁਰਦੁਆਰਾ ਸਾਹਿਬ ਰਹਿੰਦੇ ਹੋ ਕਿ ਪ੍ਰਾਈਵੇਟ ਘਰ ਹੈ, ਤੁਹਾਡੇ ਬੱਚੇ ਕਿੰਨੇ ਹੈ, ਜੇ ਕਿੰਨੇ ਹੈ, ਪੜ੍ਹਦੇ ਹੈ, ਵੱਡੇ ਹੈ, ਸਾਰੀ ਡਿਟੇਲ ਇਹਦੇ ਵਿੱਚ ਆ ਜਾਣੀ ਹੈ। ਤਨਖਾਹ ਕਿੰਨੀ ਮਿਲਦੀ ਹੈ, ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਨਾਂ ਤੇ ਨੰਬਰ ਕੀ ਹੈ, ਕਮੇਟੀ ਦੇ ਬਾਕੀ ਮੈਂਬਰਾਂ ਦਾ ਨਾਂ ਤੇ ਨੰਬਰ ਕੀ ਹੈ, ਤਾਂ ਕਿ ਇਹ ਵੀ ਨਾ ਹੋਵੇ ਕਿ ਤਨਖਾਹ ਵੀ ਪੂਰੀ ਹੋਵੇ ਤੇ ਕੋਡ ਵੀ ਗਲਤ ਹੋ ਜੇ। ਇਸ ਤਰ੍ਹਾਂ ਦਾ ਸਾਰਾ ਡਾਟਾ ਅਸੀਂ ਜਿਹੜਾ ਹੈਗਾ ਇਹ ਇੱਕ ਥਾਂ ਇਕੱਠਾ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਪੁਰਦ ਕਰਨਾ ਚਾਹੁੰਦੇ ਹਾਂ, ਤਾਂ ਕਿ ਇਹਦੇ ਤੋਂ ਕੋਈ ਸੇਧ ਮਿਲ ਸਕੇ। ਅੱਜ ਮੈਂ ਵੇਖਦਾ ਕਿ ਕਰੋੜਾਂ ਰੁਪਈਆ ਵੀ ਟੂਰਨਾਮੈਂਟਾਂ ਤੇ ਲੱਗ ਜਾਂਦਾ ਹੈ, ਕਰੋੜਾਂ ਰੁਪਈਆ ਵੀ ਵਿਆਹਾਂ ਤੇ ਲੱਗ ਜਾਂਦਾ ਹੈ, ਕਰੋੜਾਂ ਰੁਪਈਆ ਵੀ ਸਾਡੇ ਭੋਗਾਂ ਤੇ ਖਰਚਿਆ ਜਾ ਰਿਹਾ ਹੈ। ਤੇ ਜਿਹੜੇ ਸਾਡੇ ਗੁਰੂ ਸਾਹਿਬ ਦੇ ਵਜ਼ੀਰ ਹੈ, ਬਾਬਾ ਬੁੱਢਾ ਜੀ ਦੇ ਵਾਰਿਸ ਹੈ, ਉਹ ਜੇ ਤਨਖਾਹਾਂ ਖੋਹ ਮੈਂ ਸਮਝਦਾ ਕਿ ਪਿੱਛੇ ਹੋਣ ਤਾਂ ਸਮੁੱਚੇ ਸਿੱਖ ਸੰਗਤ ਲਈ ਸਾਡੇ ਲਈ ਸ਼ਰਮਿੰਦਗੀ ਦਾ ਬਾਇਸ ਹੈ। ਅਖੀਰ ਤੇ ਅਸੀਂ ਇਹਦੇ 'ਚ ਦਿੱਤਾ ਕਿ ਜੇ ਕੋਈ ਸੁਝਾਅ ਵੀ ਹੈਗਾ ਤਾਂ ਤੁਸੀਂ ਉਹ ਵੀ ਦਿਓ। ਕਈ ਵਾਰੀ ਇਹ ਵੀ ਹੁੰਦਾ ਕਿ ਆਮਦਨ ਤਾਂ ਬਹੁਤ ਹੁੰਦੀ ਹੈ, ਵੈਸੇ ਹੀ ਕਿਸੇ ਨਹੀਂ ਉਹ ਹੁੰਦਾ ਵੀ ਚੱਲ ਜੇ ਤੁਰਿਆ ਹੀ ਫਿਰਦਾ ਤੇ ਇੰਨੇ ਪੈਸਿਆਂ ਦੀ ਤਨਖਾਹ 'ਚ ਤੁਰਿਆ ਫਿਰੇ। ਇਸ ਕਰਕੇ ਮੈਂ ਬੇਨਤੀ ਇੱਕ ਵਾਰੀ ਫਿਰ, ਕਿਉਂਕਿ ਇਸ ਗੱਲ 'ਤੇ ਮੈਂ ਜ਼ਿਆਦਾ ਜ਼ੋਰ ਦੇ ਰਿਹਾ, ਕਿਉਂਕਿ ਇਹ ਜੇ ਡਾਟਾ ਸਹੀ ਇਕੱਠਾ ਹੋ ਜਾਊਗਾ, ਹਰ ਪਿੰਡ ਦੇ ਵਿੱਚ ਕਿੰਨੀ ਗ੍ਰੰਥੀ ਨੂੰ, ਕਿੰਨੀ ਕਥਾਵਾਚਕ ਨੂੰ, ਕਿਤਨੀ ਕੀਰਤਨੀ ਸਿੰਘ ਨੂੰ, ਕਿੰਨੀ ਸੇਵਾਦਾਰ ਨੂੰ ਤਨਖਾਹ ਮਿਲਦੀ ਹੈ, ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਆਨਲਾਈਨ ਜਦੋਂ ਡਾਟਾ ਹੋਊਗਾ, ਮੇਰਾ ਖਿਆਲ ਹੈ ਕਿ ਇਹਦਾ ਕੋਈ ਵੱਡੇ ਪੱਧਰ 'ਤੇ ਹੱਲ ਨਿਕਲਣ ਲਈ ਬਹੁਤ ਲੋਕ ਇਕੱਠੇ ਹੋ ਜਾਣਗੇ। ਇੱਕ ਵਾਰੀ ਕੋਈ ਸੇਧ ਦੇਣ ਦੀ ਲੋੜ ਹੁੰਦੀ ਹੈ, IIT ਤੋਂ ਪੜ੍ਹੇ ਮੁੰਡੇ ਸਾਡੇ ਨਾਲ ਜੁੜਨਗੇ, ਵੱਡੀਆਂ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਉਹ ਜੁੜਨਗੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿੱਚ ਲਿਆਵਾਂਗੇ ਲੋੜ ਪਊਗੀ ਤਾਂ। ਇਸ ਕਰਕੇ ਸਮੁੱਚਿਆਂ ਸਿੱਖ ਸੰਗਤਾਂ ਦਾ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਇਹਦੇ ਵਿੱਚ ਜ਼ਰੂਰ ਸਾਰਿਆਂ ਨੂੰ ਇਨਵੋਲਵ ਕਰਕੇ ਤੇ ਇਹਦੇ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ।
ਸੋ ਮੈਂ ਇੱਕ ਵਾਰੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰੂੰਗਾ। ਜੇ ਕੋਈ ਤੁਹਾਡਾ ਕਿਸੇ ਦਾ ਕੋਈ ਕੁਐਸਚਨ ਹੋਵੇ ਤਾਂ ਕਿਰਪਾ ਕਰਕੇ ਤੁਸੀਂ ਕਰ ਸਕਦੇ ਹੋ। ਹੋਟਲ ਦਾ ਨਾਮ ਦੱਸ ਦਿਓ ਜੀ। ਇਹ ਹੈਗਾ ਗ੍ਰੰਥੀ ਸਹਾਇਤਾ ਫਾਰਮ ਦੇ ਨਾਂ ਤੇ ਖੁੱਲ੍ਹ ਜਾਣਾ ਇਹਨੇ। ਸਰਵੇ ਹੈ, ਇਸ ਲਈ ਤਾਂ ਸਰਵੇ ਹੈ ਮੇਨ ਤਾਂ, ਪਰ ਉਹ ਜਿੰਨੇ ਕੁ ਸ਼ਬਦ ਛੋਟੇ ਸੀ, ਮੈਂ ਤੁਹਾਨੂੰ ਜਿਹੜਾ QR ਕੋਡ ਹੈ ਜਿਹੜਾ ਉਹਦਾ ਬੈਕਗਰਾਊਂਡ ਤੇ ਜਿਹੜਾ ਹੁੰਦਾ ਹੈ granthisingh.com, ਜੇ ਤੁਸੀਂ ਇਹ ਭਰ ਲਓਗੇ ਇਹ ਵੀ ਆ ਜਾਊਗਾ, ਉਹ ਵੀ ਆ ਜਾਏਗਾ। ਫੇਸਬੁੱਕ ਪੇਜ ਵੀ ਅੱਜ ਚਾਲੂ ਕਰ ਦੇਣਾ। ਔਰ ਮੈਂ ਤੁਹਾਡੇ ਤੋਂ ਵੀ ਤਵੱਕੂ ਰੱਖਦਾ ਕਿ ਕਿਰਪਾ ਕਰਕੇ ਬਾਕੀ ਦੀ ਖਬਰ ਕੋਈ ਕੱਟਣੀ ਵੱਢਣੀ ਹੋਈ ਕੱਟ ਲਿਓ, ਮੈਂ ਤੁਹਾਨੂੰ ਇਜਾਜ਼ਤ ਦੇ ਦਿੰਦਾ, ਪਰ ਕਿਰਪਾ ਕਰਕੇ ਇਹਨੂੰ ਕਈ ਵਾਰੀ ਰਿਪੀਟ ਕਰਿਓ। ਸਾਡੇ ਬਹੁਤ ਸਾਰੀਆਂ ਬਿਮਾਰੀਆਂ ਦੀ ਜਿਹੜੀ ਜੜ ਹੈ ਉਹ ਇੱਥੇ ਹੀ ਹੈ ਕਿ ਸਾਡਾ ਸਿੱਖ ਧਰਮ ਦਾ ਪ੍ਰਚਾਰ ਨਹੀਂ ਹੋ ਸਕਿਆ ਜਿੰਨਾ ਹੋਣਾ ਚਾਹੀਦਾ ਸੀ। ਇਹ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ। ਕੋਈ ਹੋਰ ਕਿਸੇ ਨੇ ਕੋਈ ਕੁਐਸਚਨ ਪੁੱਛਣਾ ਹੋਵੇ ਜੀ। ਤੁਹਾਨੂੰ ਲੱਗਦਾ ਹੈ ਕਿ ਇਹ ਬਹੁਤ ਸੌਖਾ ਕੰਮ ਆ? ਜੇ ਆਪਾਂ ਪਿਛਲੇ ਅਤੀਤ ਦੀ ਗੱਲ ਕਰੀਏ ਤਾਂ ਇੱਕ ਬਹੁਤ ਵੱਡਾ ਜਿਹੜਾ ਇਕੱਠ ਆ ਉਹ ਚੱਬੇ ਦੀ ਧਰਤੀ ਤੇ ਹੋਇਆ ਵਾ, ਉੱਥੇ ਕੁਝ ਜਥੇਦਾਰਾਂ ਦਾ ਐਲਾਨ ਹੋਇਆ ਸੀਗਾ। ਇਹ ਤਾਂ ਕੱਲ੍ਹ ਨੂੰ ਇੱਦਾਂ ਵੀ ਹੋ ਸਕਦਾ ਵੀ ਉੱਥੇ ਜਿਹੜਾ ਚੱਬੇ ਜਿਵੇਂ ਇਕੱਠ ਹੋਇਆ ਸੀਗਾ ਕੱਲ੍ਹ ਨੂੰ ਉੱਥੇ ਐਲਾਨ ਦਿੱਤਾ ਜਾਵੇ। ਮੈਂ ਇੱਕ ਬੇਨਤੀ ਕਰਾਂ ਕਿ ਦੇਖੋ, ਚੱਬੇਵਾਲ ਵਾਲੇ ਇਕੱਠ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗਾ, ਪਰ ਉੱਥੇ ਤਾਂ ਵੇਖਿਆ ਗਿਆ ਸੀ ਕਿ ਮੌਕੇ ਤੇ ਹੀ ਸਿਆਸਤ ਛੱਡ ਕੇ ਤੇ ਅਸਤੀਫੇ ਦੇ ਕੇ ਤੇ ਜਥੇਦਾਰ ਬਣ ਰਹੇ ਸੀ। ਉਹ ਗੱਲ ਠੀਕ ਨਹੀਂ ਹੈ। ਮੈਂ ਤੁਹਾਨੂੰ ਜਿਹੜੀਆਂ ਸੰਸਥਾਵਾਂ ਦੀ ਗੱਲ ਕੀਤੀ ਹੈ ਜਿਹੜੀਆਂ ਇਕੱਲੀਆਂ ਸੇਵਾ ਹੀ ਕਰਦੀਆਂ, ਅੱਜ ਮੈਂ ਤੁਹਾਨੂੰ ਇੱਕ ਗੱਲ ਕਹਾਂ ਕਿ ਨਿਹੰਗ ਸਿੰਘ ਜਥੇਬੰਦੀਆਂ ਆ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਨਾਲ ਖੜ ਗਈਆਂ, ਕੋਈ ਉਹ ਨਿੱਜੀ ਤੌਰ ਤੇ ਨਹੀਂ ਸੀ ਜੁੜੀਆਂ ਹੋਈਆਂ। ਜੇ ਤੁਸੀਂ ਡੰਗਾਈ 'ਚ ਜਾ ਕੇ ਪਤਾ ਕਰੋ ਤਾਂ ਵਖਰੇਵੇਂ ਵੀ ਨਿਕਲੇ ਆਉਣਗੇ, ਪਰ ਉਹ ਕਿਉਂ ਖੜੇ? ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਖੜੇ ਆ। ਜਦੋਂ ਇਹ ਨਿਹੰਗ ਸਿੰਘ ਜਥੇਬੰਦੀਆਂ ਹੋਣਗੀਆਂ, ਸਾਡੇ ਚੀਫ ਖਾਲਸਾ ਦੀਵਾਨ ਹੋਊਗਾ, ਸਿੰਘ ਸਭਾਵਾਂ ਹੋਣਗੀਆਂ, 5 ਸਾਬਕਾ ਜਥੇਦਾਰ ਸਾਹਿਬਾਨ ਹੋਣਗੇ, 5 ਸਾਬਕਾ SGPC ਦੇ ਪ੍ਰਧਾਨ ਸਾਹਿਬਾਨ ਹੋਣਗੇ, ਜਦੋਂ ਇਸ ਲੈਵਲ ਦੇ ਲੋਕ ਬੈਠਣਗੇ, ਮੈਨੂੰ ਰੱਬ 'ਚ ਵਿਸ਼ਵਾਸ ਹੈ ਕਿ ਬਹੁਤ ਚੰਗਾ ਫੈਸਲਾ ਕਰਕੇ ਨਿਕਲਣਗੇ। ਕਿਉਂਕਿ ਹੁਣ ਤੇ ਫਿਰ ਐਂ ਹੀ ਹੁੰਦਾ ਨਾ ਵੀ ਕਿਹੜਾ ਜ਼ਿਆਦਾ ਮਿਲਦਾ ਤੇ ਕਿਹੜਾ ਆਪਣੇ ਪੱਖ ਦਾ ਕੋਈ ਫੈਸਲਾ ਕਰ ਸਕਦਾ। ਹੁਣ ਤਾਂ ਨਿਯੁਕਤੀ ਜ਼ਿਆਦਾਤਰ ਪਿੱਛੇ ਇਹ ਬਦਨਾਮ ਕਿਉਂ ਹੋਇਆ ਸਾਡਾ ਸਿਸਟਮ? ਮੈਂ ਬਦਨਾਮ ਸ਼ਬਦ ਵਾਪਸ ਲੈਣਾ, ਮਾਫੀ ਚਾਹੁੰਦਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਸ਼ੰਕਾਵਾਂ ਕਿਉਂ ਖੜੀਆਂ ਹੋਈਆਂ। ਮਤਲਬ ਸ਼ੰਕਾਵਾਂ ਖੜੀਆਂ ਹੋਣ ਦਾ ਕਾਰਨ ਇਹੀ ਬਣਿਆ ਨਾ ਕਿ ਵੀ ਇਹ ਤਾਂ ਜੀ ਕਿਸੇ ਦੇ ਕਹਿਣ ਤੇ ਫੈਸਲੇ ਕਰਦੇ ਆ, ਇਹ ਤਾਂ ਜੀ ਫਲਾਂ ਪਰਿਵਾਰ ਦੇ ਕਹਿਣੇ 'ਚ ਚੱਲਦੇ ਆ। ਇਹ ਗੱਲਾਂ ਸਾਰੀਆਂ ਪਬਲਿਕ ਡੋਮੇਨ 'ਚ ਹੈ, ਕੋਈ ਮੇਰੇ ਕਰਨ ਵਾਲੀ ਗੱਲ ਤਾਂ ਹੈ ਨਹੀਂ। ਮੈਂ ਬੜਾ ਇਸ ਗੱਲ ਨਾਲ ਦਾਅਵੇ ਨਾਲ ਕਹਿ ਸਕਦਾ ਕਿ ਜੇ ਇਸ ਤਰੀਕੇ ਨਾਲ ਜਿਵੇਂ ਪਹਿਲਾਂ ਵਿਧੀ ਵਿਧਾਨ ਸੀਗਾ ਜਦੋਂ ਇਹ ਪਾਸ ਹੋ ਗਿਆ, ਔਰ ਕੋਈ ਔਖਾ ਕੰਮ ਨਹੀਂ। ਛਿੱਬੜ ਸਾਹਿਬ 2 ਵਾਰੀ ਕਮੇਟੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾ ਕੇ ਉਹਦੀ ਰਿਪੋਰਟ ਲਈ ਬੈਠੀਆਂ। ਹੋ ਸਕਦਾ ਇਹਨਾਂ ਨਾਲੋਂ ਥੋੜ੍ਹਾ ਬਹੁਤਾ ਕੋਈ ਢੰਗ ਫਰਕ ਵੱਖਰਾ ਹੋਵੇ, ਉਹ ਤਾਂ ਚਲੋ ਜੇ ਟੈਕਨੀਕਲ ਕੋਈ ਗੱਲ ਹੈ ਤਾਂ ਬੈਠ ਕੇ SGPC ਦੇ ਨੁਮਾਇੰਦੇ ਕਰ ਵੀ ਲੈਣਗੇ, ਪਰ ਇਹ ਹੋਣਾ ਚਾਹੀਦਾ, ਮੇਰੀ ਪੁਰਜੋਰ ਮੰਗ ਹੈ। ਔਰ ਇਹ ਫਿਰ ਕੋਈ ਨਾ ਪ੍ਰਧਾਨ ਸਾਹਿਬ ਕੋਈ ਕਮਜ਼ੋਰੀ ਦਿਖਾ ਸਕਣਗੇ ਤੇ ਨਾ ਹੀ ਜਥੇਦਾਰ ਸਾਹਿਬਾਨਾਂ ਤੇ ਕੋਈ ਉਂਗਲ ਚੁੱਕ ਸਕੂਗਾ। ਉਹ ਤਾਂ ਹੈ ਹੀ ਇਸੇ ਤਰ੍ਹਾਂ। ਜੇ ਤੁਸੀਂ ਨਹੀਂ ਉਹਦੇ 'ਚ ਚਲੋ 2 ਗੱਲਾਂ ਹੈ। ਇੱਕ ਗੱਲ ਹੈ, ਮੈਂ ਤੁਹਾਨੂੰ ਬੇਨਤੀ ਕਰਦਿਆਂ ਕਿ 50 ਲੱਖ ਦੇ ਕਰੀਬ ਵੋਟਾਂ ਨਾਲ ਮੈਂਬਰ ਬਣਦੇ ਆ ਤੇ ਮੈਂਬਰਾਂ ਦੇ ਵਿੱਚੋਂ ਪ੍ਰਧਾਨ ਬਣਦਾ, ਤੇ ਜਿਹੜਾ ਪਰਚੀ ਜਾਂ ਲਿਫਾਫੇ ਵਾਲਾ ਕਲਚਰ ਸੀ ਉਹ ਮੇਰਾ ਖਿਆਲ ਹੈ ਕਿ ਪਿਛਲੇ 2 ਸਾਲ ਤੋਂ ਖਤਮ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਬੀਬੀ ਜਗੀਰ ਕੌਰ ਜੀ ਅਸੀਂ ਉਮੀਦਵਾਰ ਬਣਾ ਚੁੱਕੇ ਹਾਂ, ਔਰ ਕੱਲ੍ਹ ਨੂੰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਧਰੀ ਹੋਈ ਹੈ, ਬੁਲਾਈ ਹੋਈ ਹੈ, ਤੇ ਇਹਨਾਂ ਨੂੰ ਵੀ ਨਾਂ ਅਨਾਊਂਸ ਕਰਨਾ ਪੈਣਾ। ਇਹ ਹੁਣ ਉਹ ਗੱਲ ਚੱਲਣੀ ਨਹੀਂ ਗੀ। ਜਿਹੜੀ ਪਰਚੀ ਲਿਫਾਫਾ ਜਿਹੜਾ ਸੀਗਾ ਉਹ ਤਾਂ ਪਾਟ ਗਿਆ, ਹੁਣ ਕਿਤੇ ਲੱਭਣਾ ਨਹੀਂ ਮੈਨੂੰ ਲੱਗਦਾ। ਦੇਖੋ, ਮੈਂ ਇੱਕ ਬੇਨਤੀ ਕਰਾਂ ਕਿ ਬੜੀ ਮਨ ਨੂੰ ਪੀੜਾ ਲੱਗੀ ਉਸ ਦਿਨ ਜਦੋਂ ਜਥੇਦਾਰ ਸਾਹਿਬ ਦੇ ਮੂੰਹ ਇਹ ਸੁਣਿਆ ਕਿ ਮੇਰੀ ਜ਼ਾਤ ਪਰਖੀ ਜਾ ਰਹੀ ਹੈ, ਔਰ ਇਹਦੇ 'ਚ ਕੋਈ ਦੋ ਰਾਏ ਨਹੀਂ। ਮੈਂ ਤਾਂ
ਕੱਲ ਵੀ ਕਿਸੇ ਨੇ ਸੁਝਾਅ ਦਿੱਤਾ ਸੀ ਤੇ ਮੈਂ ਵੀ ਉਸ ਸੁਝਾਅ ਨਾਲ ਸਹਿਮਤ ਹਾਂ। ਪਤਾ ਨਹੀਂ ਇਹ ਟੈਕਨੀਕਲੀ ਹੋ ਸਕਦਾ ਕਿ ਨਹੀਂ ਹੋ ਸਕਦਾ, ਮੈਂ ਤਾਂ ਪੂਰਨ ਗੁਰਮਰਜ਼ਾਦਾ ਮੈਂ ਵੀ ਨਹੀਂ ਪੂਰੀ ਤਾਂ ਸਮਝ ਲਓ ਜਾਣਦਾ। ਪਰ ਕੀ ਸੀਗਾ ਕਿ ਉਹਦੇ 'ਚ ਕੋਈ ਚੱਲ ਰਿਹਾ ਸੀ ਸੋਸ਼ਲ ਮੀਡੀਆ ਤੇ ਕਿ ਜਿਹੜਾ ਸਿੱਖ ਹੋਵੇ ਜੇ ਉਹ ਜਾਤ ਪਾਤ ਦੀ ਗੱਲ ਕਰੇ ਤਾਂ ਉਹਦੇ ਖਿਲਾਫ ਤਾਂ ਫਿਰ ਪਰਚਾ ਹੀ ਦਰਜ ਹੋ ਜਾਣਾ ਚਾਹੀਦਾ। ਔਰ ਮੈਂ ਕਹਿਣਾ ਪਰਚਾ ਦਰਜ ਵਾਲੀ ਚਲੋ ਕਿਸੇ ਨੇ ਕਰਨੀ ਜਾਂ ਨਹੀਂ ਕਰਨੀ, ਪਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹਦੇ ਤੇ ਸਖਤੀ ਨਾਲ ਕੋਈ ਨਾ ਕੋਈ ਜਿਹੜਾ ਹੈਗਾ ਸੰਗਿਆਨ ਲੈ ਕੇ ਜ਼ਰੂਰ ਇਹਦੇ ਤੇ ਕੋਈ ਨਾ ਕੋਈ ਮੈਂ ਸਮਝਦਾ ਕਿ ਸਖਤੀ ਵਰਤਣੀ ਚਾਹੀਦੀ ਹੈ। ਦੁਬਾਰਾ ਕੋਈ ਜੁਰਤ ਘੱਟੋ ਘੱਟ ਸਿੱਖ ਜਿਹੜਾ ਉਹ ਨਾ ਕਰ ਸਕੇ ਕਿ ਕਿਸੇ ਦੀ ਜ਼ਾਤ ਪਰਖੇ ਜਾਂ ਇਹੋ ਜਿਹਾ ਕੁਛ ਹੋਵੇ। ਡਾਕਟਰ ਸਾਹਿਬ ਬਿਰਸਾ ਸਿੰਘ ਬਲਟੋਆ ਨੂੰ 10 ਸਾਲ ਦੀ ਪਾਰਟੀ ਤੋਂ ਬਾਅਦ ਚੱਲਦਾ ਪਿਆ ਸਫੀਸ਼ੀਐਂਟ ਹੈ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਜਾਤ ਦੀ ਗੱਲ ਕੀਤੀ ਜਾਂ ਉਸ ਤੋਂ ਬਾਅਦ ਬੱਚਿਆਂ ਦਾ ਜ਼ਿਕਰ ਆ ਗਿਆ। ਦੇਖੋ ਮੈਂ ਪਹਿਲੇ ਦਿਨ ਅਸੀਂ ਪ੍ਰੈਸ ਨੋਟ 'ਚ ਕਿਹਾ ਸੀ ਕਿ ਵਿਰਸਾ ਸਿੰਘ ਬਲਟੋਆ ਦਾ ਇਕੱਲੇ ਦੇ ਫੈਸਲੇ ਨਹੀਂ ਸੀ ਜਿਹੜਾ ਬੋਲ ਰਹੇ ਸੀ, ਇਹ ਪਾਰਟੀ ਪੱਧਰ ਤੇ ਫੈਸਲਾ ਹੋ ਕੇ ਜੋ ਕੁਝ ਹੋ ਰਿਹਾ ਸੀ ਉਹ ਤੁਹਾਡੇ ਸਾਹਮਣੇ ਹੈ। ਔਰ ਜਥੇਦਾਰ ਸਾਹਿਬਾਨ ਨੇ ਖੁਦ ਮੁਖਾਤਬ ਹੁੰਦੇ ਦੱਸਿਆ ਕਿ ਕਿਵੇਂ ਸੋਸ਼ਲ ਮੀਡੀਆ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦਾ ਕਿਰਦਾਰਕੁਸ਼ੀ ਕਰ ਰਿਹਾ ਸੀ। ਵਿਰਸਾ ਸਿੰਘ ਬਲਟੋਆ ਬੜੇ ਦੇਰ ਇਕੱਠੇ ਕੰਮ ਕੀਤੇ ਆ, ਮੈਂ ਕੋਈ ਇੱਕ ਦੂਜੇ ਦੇ ਖਿਲਾਫ ਅਪਸ਼ਬਦ ਬੋਲੀਏ ਚੰਗੇ ਨਹੀਂ ਲੱਗਦੇ, ਪਰ ਮੈਂ ਇਹ ਗੱਲ ਵਿੱਚ ਤੁਹਾਡੇ ਸਾਹਮਣੇ ਲਿਆਂਦੀ ਹੈ ਕਿ ਇਹ ਹੁਕਮਨਾਮੇ ਦੀ ਅਵਗਿਆ ਹੈ। ਅਸਤੀਫਾ ਉਹਨਾਂ ਨੇ ਦੇਤਾ, ਆਪਣਾ ਵੱਡਾਪਣ ਦਿਖਾਤਾ, ਪਰ ਸਾਹਿਬ ਬਲਵਿੰਦਰ ਸਿੰਘ ਭੂੰਦੜ ਸਾਹਿਬ ਨੂੰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਤੇ ਹੁਕਮ ਮੰਨਣਾ ਚਾਹੀਦਾ ਸੀ। ਉਹਨਾਂ ਦਾ ਅਸਤੀਫਾ ਆ ਗਿਆ ਸੀ ਪਰ ਉਹਨਾਂ ਨੂੰ ਬਰਖਾਸਤ ਕਰਕੇ 10 ਸਾਲ ਦੇ ਬੈਨ ਦਾ ਆਰਡਰ ਕੱਢਣਾ ਚਾਹੀਦਾ ਸੀ, ਜਿਹੜੀ ਹੁਕਮਦੁਲੀ ਹੈ ਸਿੱਧੇ ਤੌਰ ਤੇ। ਭੁੰਦੜ ਸਾਹਿਬ ਕਹਿੰਦੇ ਨਾ ਅਸੀਂ ਉਹ ਅਸਤੀਫੇ ਤੇ ਨੋਟਿੰਗ ਲਾਤੀ ਸੀ, ਉਹ ਕਹਿੰਦੇ ਅਸੀਂ ਪੁੱਛਿਆ ਸੀ ਬੜਾ ਸਪੈਸੀਫਿਕ, ਉਹ ਕਹਿੰਦੇ ਵੀ ਤੁਹਾਨੂੰ ਪਤਾ ਨਹੀਂ ਅਸੀਂ ਨੋਟਿੰਗ ਲਾਤੀ ਸੀ। ਚਲੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਕੋਲੇ ਮੇਰੇ ਖਿਆਲ ਸ਼ਿਕਾਇਤਾਂ ਅੱਜ ਮੈਂ ਕਿਤੇ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ, ਸ਼ਾਇਦ ਕਿਤੇ ਪਹੁੰਚੀ ਹੈ। ਮੈਂ ਵੀ ਆ ਬੇਨਤੀ ਕੀਤੀ ਹੈ ਤੁੰਡ ਸੌਟ ਦੇ ਸਾਹਮਣੇ, ਐ ਨਹੀਂ ਹੋ ਸਕਦਾ ਲੱਸੀ ਨੂੰ ਜਾਣਾ ਨਾਲੇ ਕੁੱਜਾ ਲੁਕਾਉਣਾ, ਦੋ ਕੰਮ ਨਹੀਂ ਚੱਲ ਸਕਦੇ। ਤੁਸੀਂ ਆਪ ਇਲੈਕਸ਼ਨਾਂ ਦੇ ਦੌਰਾਨ ਕਹਿੰਦੇ ਜੀ ਅਸੀਂ ਤੁਰੰਤ ਫੈਸਲਾ ਨਹੀਂ ਲੈ ਸਕਦੇ, ਤੇ ਆਦੇਸ਼ ਪ੍ਰਤਾਪ ਕੈਰੋਂ ਦੀ ਕਿਹੜੀ ਗਤੀਵਿਧੀ ਫੜ ਲਈ ਸੀਗੀ, ਉਹ ਤਾਂ 1 ਸੈਕਿੰਡ ਹੀ ਲਾਇਆ। ਤੇ ਇਹ ਹੁਣ ਤੁਹਾਨੂੰ ਕੀ ਫਰਕ ਪੈਣ ਲੱਗਿਆ? ਨਾ ਹੀ ਕੋਈ ਵਿਰਸਾ ਸਿੰਘ ਨੇ ਕਿਹੜਾ ਕੋਈ ਇਤਰਾਜ਼ ਕਰਨਾ ਸੀ ਵੀ ਤੁਹਾਨੂੰ ਕੋਰਟ 'ਚ ਘੜੀਸ ਲੈਂਦੇ। ਵਿਰਸਾ ਸਿੰਘ ਬਲਟੋਆ ਜਿਹੜਾ ਉਹਨਾਂ ਨੂੰ ਸਮਰਪਿਤ ਪਾਰਟੀ ਨੂੰ ਸਮਰਪਿਤ ਕਹਿ ਰਿਹਾ, ਉਹਨਾਂ ਨੇ ਕੋਈ ਅਦਾਲਤ 'ਚ ਲੈ ਜਾਣਾ ਸੀ? ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮਾ ਮੰਨ ਕੇ ਤੇ ਇੱਕ ਆਪਣੇ ਆਪ ਨੂੰ ਵੱਡਾ ਕਰਨ ਦੀ ਗੱਲ ਸੀ, ਤੇ ਇਹ ਵੱਡਾ ਕਰਨ ਵਾਲੀ ਜਿਹੜੀਆਂ ਹੈਗੀਆਂ ਕਿਸੇ ਨਾ ਕਿਸੇ ਲੈਵਲ ਤੇ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਠੰਡਾ ਹੀ ਛਿੜਕੀਦਾ, ਕੋਈ ਇਹਦੇ ਨਾਲ ਨੁਕਸਾਨ ਨਹੀਂ ਸੀ ਹੋਣਾ। ਕੋਈ ਇਹ ਨਹੀਂ ਵੀ ਕੋਈ ਮੈਂ ਕਹਿਣਾ ਵੀ ਵਿਰਸਾ ਸਿੰਘ ਦਾ ਬਹੁਤ ਵੱਡਾ ਹੋਰ ਉਹਦੇ ਨਾਲ ਨੁਕਸਾਨ ਹੋ ਜਾਂਦਾ, ਜੋ ਬਾਹਰ ਕੱਢਤੇ ਹੈ ਨੁਕਸਾਨ ਤਾਂ ਉਹੀ ਹੈਗਾ। ਪਰ ਜੇ ਹੁਕਮ ਮੰਨ ਲੈਣਾ ਜਿਹੜਾ ਉਹ ਘੱਟੋ ਘੱਟ ਸ਼੍ਰੋਮਣੀ ਅਕਾਲੀ ਦਲ ਲਈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਈ ਇਹ ਹਰ ਤਰ੍ਹਾਂ ਨਾਲ ਪਾਬੰਦ ਹੈ। ਕੋਈ ਹੋਰ ਮੰਨੇ ਨਾ ਮੰਨੇ ਉਹ ਬਾਅਦ ਦੀ ਗੱਲ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਇਸ ਵਾਰ ਫੇਰ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਤੁਸੀਂ ਐਲਾਨਿਆ ਹੈ। ਇਸ ਤੋਂ ਪਹਿਲਾਂ ਵੀ 3 ਵਾਰ ਜਗੀਰ ਕੌਰ ਰਹਿ ਚੁੱਕੇ ਨੇ, ਹੁਣ 4 ਵਾਰ। ਹੁਣ ਕੀ ਵੱਖਰਾ ਕਰ ਸਕਦੇ ਨੇ? ਦੇਖੋ ਮੇਰੀ ਇੱਕ ਬੇਨਤੀ ਹੈ, ਵੱਖਰਾ ਕੀ ਕਰ ਸਕਦੇ ਆ ਤਾਂ ਸਮਾਂ ਦੱਸੂਗਾ। ਅੱਜ ਉਹ ਜਿਵੇਂ ਕੋਈ ਇਲੈਕਸ਼ਨ ਦੇ ਵਿੱਚ ਕੋਈ ਮੈਨੀਫੈਸਟੋ ਜਾਰੀ ਕਰਨ ਹੁੰਦਾ ਉਹੀ ਹੁੰਦਾ, ਪਰ ਜੇ ਕਿਤੇ ਪ੍ਰਮਾਤਮਾ ਨੇ ਮੌਕਾ ਦਿੱਤਾ ਜਿਹੜਾ ਕਿ ਲੱਗਦਾ ਮੈਨੂੰ, ਕਿਉਂਕਿ ਮੈਂ ਬਹੁਤ ਨੰਬਰਾਂ ਦੇ ਨੇੜਿਓਂ ਵੇਖ ਰਿਹਾ ਸਾਰਾ ਕੁਝ, ਤਾਂ ਸਭ ਤੋਂ ਪਹਿਲਾਂ ਤਾਂ ਮਤਾ ਸ਼੍ਰੀ ਅਕਾਲ ਤਖਤ ਸਾਹਿਬ ਵਾਲਾ ਪੇਸ਼ ਕਰਾਂਗੇ। ਇਹਦੇ ਨਾਲ ਨਾ ਤਾਂ ਕੋਈ ਉਂਗਲ ਉੱਠੂਗੀ ਦੁਬਾਰਾ ਕਿਸੇ ਜਥੇਦਾਰ ਸਾਹਿਬਾਨ ਤੇ ਨਾ ਹੀ ਕੋਈ ਛੇਤੀ ਕੀਤੇ ਕੋਈ ਕਿ ਜੇ ਚੰਗਾ ਨਹੀਂ ਲੱਗਦਾ ਤਾਂ ਉਹਨੂੰ ਬਦਲ ਸਕੇਗਾ। ਇੱਕ ਸਿੱਖਿਆ ਸੁਧਾਰਾਂ 'ਚ ਲੋੜ ਹੈ, ਧਰਮ ਪ੍ਰਚਾਰ ਦੇ ਵਿੱਚ ਲੋੜ ਹੈ, ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਜਿਹੜੀਆਂ ਹੈਗੀਆਂ ਕੋਈ ਤੋੜਤੀ ਕੋਈ ਰੱਖਤੀ ਉਹਦੇ 'ਚ ਲੋੜ ਹੈ, ਔਰ ਬੜੀਆਂ ਹੋਰ ਮੁਲਾਜ਼ਮਾਂ ਦੀਆਂ ਵੀ ਮੰਗਾਂ ਪਈਆਂ, ਔਰ ਸਰਾਵਾਂ ਦੀ ਸਭ ਤੋਂ ਵੱਡੀ ਮੰਗ ਹੈ ਆਨਲਾਈਨ ਕਰਾਂਗੇ, ਇਹਨੂੰ ਪਾਰਦਰਸ਼ੀ ਕਰਾਂਗੇ। ਜੇ ਕਮਰਾ ਹੈ ਨਹੀਂ ਤੇ ਜੇ ਚਰਨਜੀਤ ਬਰਾੜ ਗਿਆ ਤੇ ਉਹਨੂੰ ਵੀ ਨਹੀਂ ਮਿਲਣਾ ਚਾਹੀਦਾ, ਜੇ ਸੰਗਤ 'ਚ ਖੜੇ ਨੂੰ ਕਿਸੇ ਨੂੰ ਨਹੀਂ ਮਿਲਿਆਗਾ। ਇਸ ਤਰ੍ਹਾਂ ਦੇ ਕੋਈ ਨਾ ਕੋਈ ਚੰਗੇ ਕਈ। ਔਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜੇ ਪਿਛਲੇ ਸਮੇਂ 'ਚ ਕੋਈ ਹੋਰ ਖੁਲਾਸੇ ਕਰਾਂਗੇ, ਘਪਲੇ ਹੋਏ ਆ, ਔਰ ਬਹੁਤ ਵੱਡੇ ਪਰਚੇਜ਼ ਦੇ ਵਿੱਚ ਉੱਥੇ ਉਂਗਲਾਂ ਉੱਠਦੀਆਂ, ਬਹੁਤ ਵੱਡੇ ਦਫ਼ਤਰ ਦੇ ਵਿੱਚ ਕਰਪਸ਼ਨ ਦਾ ਬਹੁਤ ਵੱਡਾ ਬੋਲਬਾਲੇ ਦਾ ਜਿਹੜਾ ਹੈਗਾ ਉਹ ਰੌਲਾ ਪੈ ਰਿਹਾ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਇੱਕ ਦਿਨ 'ਚ ਕਵਰ ਹੋ ਨਹੀਂ ਸਕਦੀਆਂ, ਉਹ ਵੀ ਕਰਾਂਗੇ। ਔਰ ਬੀਬੀ ਜਗੀਰ ਕੌਰ ਦੇ ਨਾਮ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸਿੱਧੇ ਨਿਸ਼ਾਨੇ ਸਾਧ ਸਕਦਾ ਹੈ, ਕਿਉਂਕਿ ਜਦੋਂ ਸੁਧਾਰ ਲਹਿਰ ਬਣੀ ਸੀ ਲੀਡਰ ਕਹਿੰਦੇ ਸੀ ਸਾਨੂੰ ਉਹਦੇ ਨਹੀਂ ਚਾਹੀਦੇ, ਕੁਰਸੀਆਂ ਨਹੀਂ ਚਾਹੀਦੀ। ਅੱਜ ਕੈਂਡੀਡੇਟ ਤੁਹਾਡੀ ਬੀਬੀ ਜਗੀਰ ਕੌਰ ਹੀ ਹੈ ਤੇ ਇਸ ਨੂੰ ਲੈ ਕੇ ਸਵਾਲ ਹੋ ਸਕਦੇ ਨੇ। ਦੇਖੋ ਇੱਕ ਬੇਨਤੀ ਹੈ ਕਿ ਬੀਬੀ ਜਗੀਰ ਕੌਰ ਧਾਰਮਿਕ ਖੇਤਰ ਦੇ ਵਿੱਚ ਪਹਿਲਾਂ ਹੀ ਸੀਗੇ ਔਰ ਅੱਜ ਵੀ ਹੈਗੇ, ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ। ਜਿਹੜੀ ਰਹੀ ਗੱਲ ਅਹੁਦੇਦਾਰੀਆਂ ਦੀ, ਜੇ ਤੁਸੀਂ ਦੇਖੋ ਅਸੀਂ ਪ੍ਰੈਜ਼ੀਡੀਅਮ ਬਣਾਈ ਹੈ ਜਿਹਦੇ 'ਚ ਖੁਦ ਪ੍ਰੋਫੈਸਰ ਚੰਦੂਮਾਜਰਾ ਸਾਹਿਬ ਕਹਿ ਚੁੱਕੇ ਆ ਕਿ ਨਾ ਮੈਂ ਕੋਈ ਅਹੁਦਾ ਲੈਣਾ ਨਾ ਮੈਂ ਕੋਈ ਇਲੈਕਸ਼ਨ ਲੜਨੀ ਹੈ। ਇਸੇ ਤਰ੍ਹਾਂ ਰਖੜਾ ਸਾਹਿਬ ਨੇ ਵੀ ਬਿਆਨਾਤ ਕੀਤਾ, ਇਸੇ ਤਰ੍ਹਾਂ ਸਿਆਸੀ ਲੜਾਈ 'ਚ ਇਹਨਾਂ ਨੇ ਵੀ ਇਹੀ ਗੱਲ ਕੀਤੀ ਹੈ। ਇਸ ਕਰਕੇ ਧਾਰਮਿਕ ਖੇਤਰ ਦੇ ਵਿੱਚ ਮੈਂ ਸਮਝਦਾ ਕਿ ਕੈਂਡੀਡੇਟ ਖੜਾ ਕਿਹਨੂੰ ਕਰਿਆ ਜਾਂਦਾ ਜਾਂ ਬਣਾਇਆ ਕਿਹਨੂੰ ਜਾਂਦਾ ਉਮੀਦਵਾਰ, ਜਿਹਦੇ ਕੋਲੇ ਵੋਟਾਂ ਘਰੋਂ ਵੱਧ ਲੈ ਕੇ ਤੁਰਦਾ ਹੋਵੇ। ਸਾਨੂੰ ਅਸੈਸਮੈਂਟ ਇਹ ਲੱਗੀ
ਔਰ ਉਹਨਾਂ ਦੀ ਧਾਰਮਿਕ ਪਕੜ ਵੀ ਹੈ। ਜੇ ਤੁਸੀਂ ਮੁਲਾਜ਼ਮਾਂ 'ਚੋਂ ਪੁੱਛੋ ਜਾਂ ਲੋਕਾਂ ਤੋਂ ਪੁੱਛੋ ਜਿਨ੍ਹਾਂ ਦਾ ਐਸਜੀਪੀਸੀ ਨਾਲ ਸਿੱਧਾ ਵਾਹ ਪੈਂਦਾ, ਤਾਂ ਉਹ ਕਹਿੰਦੇ ਆ ਕਿ ਧੜੱਲੇਦਾਰ ਜਿਹੜੇ ਪ੍ਰਧਾਨ ਰਹੇ ਆ ਉਹਨਾਂ 'ਚ ਬੀਬੀ ਜਗੀਰ ਕੌਰ ਦੀ ਹੈ। ਔਰ ਬੀਇੰਗ ਏ ਲੇਡੀਜ਼ ਅੱਜ 50% ਵੋਟ ਸਾਡੀ ਜਿਹੜੀ ਹੈਗੀ ਆ ਉਹ ਲੇਡੀਜ਼ ਦੀ ਹੈ, ਤੇ ਚੰਗੀ ਗੱਲ ਆ। ਲੇਡੀਜ਼ ਨੂੰ ਤਾਂ ਹੀ ਅੱਗੇ ਆਉਣ ਦਾ ਮੌਕਾ ਮਿਲੂਗਾ। ਔਰ ਮੈਨੂੰ ਲੱਗਦਾ ਕਿ ਇਹ ਜੇ ਕੋਈ ਦੋਸ਼ ਲਾਉਣਗੇ ਫਿਰ ਉਹਨਾਂ ਨੂੰ 4 ਉਂਗਲਾਂ ਆਪਣੇ ਵੱਲ ਨੂੰ ਜਵਾਬ ਦੇਣਾ ਪਏਗਾ ਕਿ 4 ਵਾਰੀ ਪ੍ਰਧਾਨ ਤੁਸੀਂ ਕਿਉਂ ਬਣਾਇਆ ਸੀ, ਕੈਬਨਿਟ ਮੰਤਰੀ ਕਿਉਂ 2 ਵਾਰੀ ਬਣਾਇਆ ਸੀ, 5-6 ਵਾਰੀ ਟਿਕਟ ਕਿਉਂ ਦਿੱਤੀ ਸੀ, ਬੀਬੀ ਖਾਲੜਾ ਦੇ ਖਿਲਾਫ ਵੀ ਝੋਕਤਾ ਸੀ ਉਦੋਂ ਤੋਂ ਲਿਜਾ ਕੇ, ਉਹ ਕਿਉਂ ਝੋਕਿਆ ਸੀ। ਇਸ ਕਰਕੇ ਫਿਰ ਉਹ ਸਵਾਲ ਉਹਨਾਂ ਵੱਲ ਹੀ ਬਾਹਲੇ ਹੋਣਗੇ। ਇਸ ਕਰਕੇ ਆਪਣੀ ਕੰਪੇਨ ਕਰਨ, ਸਾਡੇ ਬਣੀ ਨੂੰ ਨਾ ਤੋੜਨ। ਨਹੀਂ, ਅਸੀਂ ਮੇਰੇ ਖਿਆਲ ਅੱਜ ਸਾਡਾ ਅਖਬਾਰ 'ਚ ਵੀ ਕਲੀਅਰ ਹੋ ਗਿਆ ਔਰ ਪਹਿਲੀ ਮੀਟਿੰਗ 'ਚ ਵੀ ਕਲੀਅਰ ਸੀਗਾ, ਕਿਉਂਕਿ ਜੇ ਅਸੀਂ ਇਲੈਕਸ਼ਨ ਲੜਨ ਜਾਂਦੇ ਹਾਂ ਤੇ ਅਕਾਲੀ ਦਲ ਦਾ ਸਾਡੇ ਤੇ ਦੋਸ਼ ਹੋਣਾ ਹੈ ਕਿ ਇਹ ਇਲੈਕਸ਼ਨ ਸਾਨੂੰ ਹਰਾਉਣ ਲਈ ਲੜ ਰਹੇ ਨੇ। ਇਹ ਇਹਨਾਂ ਨੇ ਪਹਿਲੀ ਲਾਈਨ ਹੋਣੀ ਉਹਨਾਂ ਦੀ। ਅਸੀਂ ਪਹਿਲੇ ਦਿਨ ਕਲੀਅਰ ਕਰਤਾ ਸੀ ਕਿ ਅਸੀਂ ਕੋਈ ਪਾਰਟੀ ਨਹੀਂ ਬਣਾਈ, ਅਸੀਂ ਸੁਧਾਰ ਲਹਿਰ ਖੜੀ ਕੀਤੀ ਹੈ ਅਕਾਲੀ ਦਲ ਨੂੰ ਸੁਧਾਰ ਕਰਨ ਦੇ ਲਈ, ਤੇ ਅਸੀਂ ਇਲੈਕਸ਼ਨ ਖੁਦ ਨਹੀਂ ਲੜਨਾ, ਤੇ ਇਹ ਲੜਨ ਜਾ ਕੇ ਤੇ ਲੋਕਾਂ 'ਚੋਂ ਮੈਂਡੇਟ ਲੈ ਕੇ ਆ ਜਾਣ। ਵੈਸੇ ਤਾਂ ਮੈਂਡੇਟ ਆ ਗਿਆ 2007 ਦੇ ਵਿੱਚ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਸੀ। 7 ਦਾ ਤੁਸੀਂ ਪਰਸੈਂਟੇਜ ਚੱਕ ਲਓ, ਫਿਰ 9 ਦਾ ਚੱਕ ਲਓ, ਫਿਰ 12 ਦਾ ਚੱਕ ਲਓ, ਫਿਰ ਤੁਸੀਂ 14 ਦਾ ਚੱਕ ਲਓ, ਫਿਰ ਤੁਸੀਂ 17 ਦਾ ਚੱਕ ਲਓ, ਫਿਰ 19 ਦਾ ਚੱਕ ਲਓ, ਫਿਰ ਤੁਸੀਂ 24 ਦਾ ਚੱਕ ਲਓ, ਸਾਰੇ ਜਦੋਂ ਤੁਸੀਂ 22 ਦਾ ਚੱਕ ਲਓ, ਸਾਰੇ ਦੇਖੋਗੇ ਤੇ ਗ੍ਰਾਫ ਐਂ ਡਿੱਗਦਾ ਜਾਂਦਾ ਜਿਵੇਂ ਪਹਾੜ ਤੋਂ ਗੱਡੀ ਥੱਲੇ ਨੂੰ ਆਉਂਦੀ ਹੁੰਦੀ ਹੈ। ਇਸ ਕਰਕੇ ਸਾਡੇ ਤਾਂ ਫਿਰ ਉਹ ਸਾਡੇ ਤੇ ਇਲਜ਼ਾਮ ਲਾਉਣਗੇ, ਇਸ ਕਰਕੇ ਅਸੀਂ ਨਹੀਂ ਇਲੈਕਸ਼ਨ ਲੜਨ ਜਾ ਰਹੇ।